ਦੀਪ ਸਿੱਧੂ ਦੀ ਮੌਤ ਨੂੰ ਲੈ ਕੇ ਅਜੇ ਵੀ ਬਹੁਤ ਸਾਰੇ ਲੋਕਾਂ ਦੇ ਮਨਾਂ ਦੇ ਵਿੱਚ ਇੱਕ ਸਵਾਲ ਬਰਕਰਾਰ ਹੈ ਕਿ ਦੀਪ ਸਿੱਧੂ ਦੀ ਜਾਨ ਕਿਸੇ ਹਾਦਸੇ ਦੇ ਵਿੱਚ ਗਈ ਹੈ ਜਾਂ ਫਿਰ ਉਸ ਦਾ ਕਤਲ ਕਰ ਦਿੱਤਾ ਗਿਆ ਹੈ। हर एक पंजाब का वासी जोड़ा है पंजाब में प्यार करने वाला पंजाबी ਨੂੰ प्यार करने वाला वो इस मामले की सच्चाई जानना चाहता जिन्नी फोर्स ਨਾਲ ਗੱਡੀ ਵੱਜੀ ਹੈ। मैं कहना जो सब तो 7 सीटर गड्डी ਦੇ ਵਿੱਚ ਵੀ ਜਿਹੜਾ सब तो मगरली सीट ਤੇ ਬੈਠਾ ਹੋਊਗਾ ਨਾ ਉਹ ਵੀ ਭੁੜਕ ਕੇ ਸ਼ੀਸ਼ੇ ਦੇ ਕੋਲ ਆ ਜਾਊਗਾ, ਸ਼ੀਸ਼ੇ ਤੋਂ ਬਾਹਰ ਨਿਕਲ ਜਾਊਗਾ। ਰੀਨਾ ਰਾਏ ਨਾਲ ਪੁੱਛਗਿੱਛ ਹੋਣੀ ਚਾਹੀਦੀ ਸੀ, ਉਹਦੀ ਸਟੇਟਮੈਂਟ ਰਿਕਾਰਡ ਹੋਣੀ ਚਾਹੀਦੀ ਸੀ। ਉਹਨੂੰ ਥੋੜੇ ਚਿਰ ਇੱਥੇ ਪੁਲਿਸ ਨੂੰ ਰੁਕਣਾ ਚਾਹੀਦਾ ਸੀ ਤਾਂ ਕਿ ਉਹ ਲੋਕਾਂ ਨੂੰ ਦੱਸ ਸਕਦੀ ਸੱਚਾਈ ਹੈ ਕੀ ਹੈ ਕਿ ਇਹਦੀ ਨਿਰਪੱਖ ਹੋਰ ਜਾਂਚ ਹੋਣੀ ਚਾਹੀਦੀ ਹੈ ਜਾਂ ਇਹ ਕਿਉਂ ਲੱਗ ਰਿਹਾ ਕਿ ਇਹ ਮਰਡਰ। ਮੈਂ ਜਿੱਦਾਂ ਤੁਹਾਨੂੰ ਪਹਿਲਾਂ ਕਿਹਾ ਕੱਲਾ ਮੈਨੂੰ ਨਹੀਂ ਲੱਗ ਰਿਹਾ, ਜਿੱਥੇ ਆਪਾਂ ਚੱਲ ਜਾਈਏ, ਜਿੱਥੇ ਵੀ ਆਪਾਂ 4 ਬੰਦੇ ਬੈਠੇ ਦੇਖੀ ਅੱਜ ਦੀਪ ਦੇ ਬਾਰੇ ਗੱਲ ਹੋ ਰਹੀ ਹੈ। ਉਸ ਚਿੱਠੀ ਦਾ ਜੋ ਤੁਸੀਂ ਲਿਖੀ ਹੈ ਉਸ ਦਾ ਕੋਈ ਅਸਰ ਹੋਏਗਾ, ਕੋਈ SIT ਦਾ ਗਠਨ ਹੋਣ ਦੀ ਉਮੀਦ ਹੈ? ਇਹ ਸਰਕਾਰਾਂ ਬੜੀਆਂ ਗੂੰਗੀਆਂ ਬਹਿਰੀਆਂ ਬੋਲੀਆਂ ਹੁੰਦੀਆਂ, ਇਹਨਾਂ ਨੂੰ ਸੁਣਦਾ ਨਹੀਂ, ਉਹਨਾਂ ਨੂੰ ਸੁਣਾਉਣਾ ਪੈਂਦਾ। ਫਿਰ ਅਸੀਂ ਉਹ ਦੇਖਾਂਗੇ ਵੀ ਇਸ਼ੂ ਡਾਇਰੈਕਸ਼ਨ ਇਸ਼ੂ ਕਰਾਵਾਂਗੇ, ਹਰਿਆਣਾ ਸਰਕਾਰ ਨੂੰ ਪਾਰਟੀ ਬਣਾਵਾਂਗੇ ਵਿੱਚ ਇਸ਼ੂ ਦੀ ਡਾਇਰੈਕਸ਼ਨ ਫॉर ਦੀ ਫੇਅਰ ਇਨਵੈਸਟੀਗੇਸ਼ਨ ਆਫ ਦੀ ਦੀਪ ਸਿੱਧੂ ਕੇਸ ਕਰਾਂਗੇ ਸਾਰਾ ਕੁਝ। ਦੀਪ ਸਿੱਧੂ ਦੀ ਮੌਤ ਨੂੰ ਲੈ ਕੇ ਅਜੇ ਵੀ ਬਹੁਤ ਸਾਰੇ ਲੋਕਾਂ ਦੇ ਮਨਾਂ ਦੇ ਵਿੱਚ ਇੱਕ ਸਵਾਲ ਬਰਕਰਾਰ ਹੈ ਕਿ ਦੀਪ ਸਿੱਧੂ ਦੀ ਜਾਨ ਕਿਸੇ ਹਾਦਸੇ ਦੇ ਵਿੱਚ ਗਈ ਹੈ ਜਾਂ ਫਿਰ ਉਸ ਦਾ ਕਤਲ ਕਰ ਦਿੱਤਾ ਗਿਆ ਹੈ। ਹੁਣ ਇਸੇ ਹੀ ਸਵਾਲ ਨੂੰ ਲੈ ਕੇ ਮੁਸਲਿਮ ਸੰਗਠਨ ਪੰਜਾਬ ਦੇ ਪ੍ਰਧਾਨ ਐਡਵੋਕੇਟ ਨਈਮ ਖਾਨ ਨੇ DGP ਪੰਜਾਬ ਨੂੰ ਇੱਕ ਚਿੱਠੀ ਲਿਖ ਕੇ SIT ਗਠਨ ਕਰਕੇ ਇਸ ਪੂਰੇ ਮਾਮਲੇ ਦੀ ਨਿਰਪੱਖ ਜਾਂਚ ਕਰਨ ਦੀ ਮੰਗ ਕੀਤੀ ਹੈ। ਕਿਉਂ ਇਹ ਮੰਗ ਕੀਤੀ ਹੈ? ਕਿਉਂਕਿ ਹਾਦਸਾ ਹਰਿਆਣਾ ਦੇ ਵਿੱਚ ਵਾਪਰਤਾ ਹੈ ਔਰ ਜੇ ਮੰਗ ਕੀਤੀ ਹੈ ਤਾਂ ਹੁਣ ਤੱਕ ਇਸ ਚਿੱਠੀ ਦਾ ਕੋਈ ਰਿਪਲਾਈ ਆਇਆ ਜਾਂ ਕੀ ਪੁਲਿਸ ਕਹਿ ਰਹੀ ਹੈ? ਤਾਂ ਨਈਮ ਖਾਨ ਐਡਵੋਕੇਟ ਸਾਡੇ ਨਾਲ ਨੇ। ਖਾਨ ਸਾਹਿਬ, ਚਿੱਠੀ ਲਿਖੀ ਹੈ, ਕਿੰਨੇ ਦਿਨ ਹੋ ਗਏ ਚਿੱਠੀ ਲਿਖੀ ਨੂੰ ਔਰ ਜਵਾਬ ਆਇਆ ਕੋਈ ਅਜੇ ਤੱਕ? ਸਭ ਤੋਂ ਪਹਿਲਾਂ ਮੈਂ ਥੈਂਕਸ ਕਰੂੰਗਾ ਹਮਦਰਦ TV ਦਾ, ਤੁਸੀਂ ਇਸ ਮੁੱਦੇ ਨੂੰ ਚੁੱਕ ਰਹੇ ਹੋ ਕਿਉਂਕਿ ਅੱਜ ਇਹ ਮੁੱਦਾ ਜਿਹੜਾ ਹੈ ਪੰਜਾਬ ਦੇ ਲੋਕਾਂ ਦੇ ਦਿਲਾਂ ਦੇ ਵਿੱਚ ਕਿਤੇ ਨਾ ਕਿਤੇ ਬੇਚੈਨੀ ਪੈਦਾ ਕਰ ਰਿਹਾ ਕਿਉਂਕਿ ਹਰ ਇੱਕ ਪੰਜਾਬ ਦਾ ਵਾਸੀ ਜਿਹੜਾ ਹੈ ਪੰਜਾਬ ਨੂੰ ਪਿਆਰ ਕਰਨ ਵਾਲਾ ਪੰਜਾਬੀ ਨੂੰ ਪਿਆਰ ਕਰਨ ਵਾਲਾ ਉਹ ਇਸ ਮਾਮਲੇ ਦੀ ਸੱਚਾਈ ਨੂੰ ਜਾਣਨਾ ਚਾਹੁੰਦਾ। ਅਤੇ ਸਭ ਤੋਂ ਪਹਿਲਾਂ ਤੁਹਾਨੂੰ ਮੁਬਾਰਕਬਾਦ, ਤੁਸੀਂ ਇਸ ਮੁੱਦੇ ਨੂੰ ਲੈ ਕੇ ਮੇਰੇ ਕੋਲ ਆਏ ਹੋ ਗੱਲਬਾਤ ਕਰਨ ਲਈ, ਮੈਂ ਤੁਹਾਡਾ ਸ਼ੁਕਰੀਆ ਅਦਾ ਕਰਦਾ। ਅਸੀਂ DGP ਪੰਜਾਬ ਨੂੰ ਅਤੇ ਹੋਮ ਸੈਕਟਰੀ ਪੰਜਾਬ ਨੂੰ ਇੱਕ ਮੰਗ ਲਿਖੀ ਹੈ, ਮੰਗ ਪੱਤਰ ਦਿੱਤਾ ਹੈ। ਅਸੀਂ ਇਹਦੇ ਵਿੱਚ ਇਹੀ ਮੰਗ ਕੀਤੀ ਹੈ ਕਿ ਜਿਹੜੇ ਦੀਪ ਸਿੱਧੂ ਨਾਲ ਹਾਦਸਾ ਵਾਪਰਿਆ ਜਾਂ ਉਹਦੇ ਨਾਲ ਕੁਝ ਮਾੜਾ ਕੀਤਾ ਉਹਦੀ ਨਿਰਪੱਖ ਜਾਂਚ ਹੋਣੀ ਚਾਹੀਦੀ, ਉਹਦੇ ਵਾਸਤੇ ਇੱਕ SIT ਗਠਿਤ ਹੋਣੀ ਚਾਹੀਦੀ ਆ ਕਿਉਂਕਿ ਜਦੋਂ ਸਮਾਜ ਦੇ ਵਿੱਚ ਜਿਸ ਸਮਾਜ ਵਿੱਚ ਤੁਸੀਂ ਰਹਿੰਦੇ ਹੋ ਅਗਰ ਸਮਾਜ ਤੋਂ ਤੁਸੀਂ ਕੁਝ ਲੈਂਦੇ ਹੋ, ਉਹਦੇ ਤੋਂ ਆਪ ਕਮਾਈ ਕਰਦੇ ਹੋ ਜਾਂ ਉਹਦੇ 'ਚੋਂ ਆਪ ਲੈਂਦੇ ਹੋ ਤਾਂ ਤੁਹਾਡੀ ਸਮਾਜ ਦੇ ਪ੍ਰਤੀ ਵੀ ਕੁਝ ਜ਼ਿੰਮੇਵਾਰੀਆਂ ਬਣਦੀਆਂ। ਜਿਹੜੇ ਸਮਾਜ ਦੇ ਵਿੱਚ ਤੁਸੀਂ ਵਿਚਰਦੇ ਹੋ ਉਹ ਸਮਾਜ ਦੇ ਪ੍ਰਤੀ ਵੀ ਤੁਹਾਡੀ ਕੁਝ ਰਿਸਪੌਂਸਿਬਿਲਿਟੀਜ਼ ਹੁੰਦੀਆਂ, ਉਹਨੂੰ ਵੀ ਫੁੱਲਫਿਲ ਕਰਨਾ ਸਾਡੀ ਡਿਊਟੀ ਬਣਦੀ ਆ। ਅੱਜ ਜਦੋਂ ਜਿੱਥੇ ਵੀ ਜਾਈਏ ਹਰ ਪਾਸੇ ਇੱਕੋ ਚਰਚਾ ਹੈ ਕਿ ਯਾਰ ਦੀਪ ਸਿੱਧੂ ਨਾਲ ਮਾੜਾ ਹੋ ਗਿਆ, ਦੀਪ ਸਿੱਧੂ ਨਾਲ ਕੁਝ ਮਾੜਾ ਹੋ ਗਿਆ। ਅਤੇ ਇਨੀਸ਼ੀਏਟਿਵ ਕੌਣ ਲਏਗਾ? ਇਨੀਸ਼ੀਏਟਿਵ ਤਾਂ ਕਿਸੇ ਨਾ ਕਿਸੇ ਨੂੰ ਲੈਣਾ ਪਏਗਾ ਨਾ। ਉਸੇ ਰਿਸਪੌਂਸਿਬਿਲਿਟੀ ਨੂੰ, ਉਸੇ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਮੈਂ ਆਪ ਦੀ ਜ਼ਿੰਮੇਵਾਰੀ ਸਮਝਦਾ ਕਿਉਂਕਿ ਮੈਂ ਵਕੀਲ ਹਾਂ। ਮੈਂ ਇੱਕ ਮੰਗ ਪੱਤਰ ਦਿੱਤਾ, 21/2 ਦਾ ਮੰਗ ਪੱਤਰ ਦਿੱਤਾ ਹੋਇਆ ਵਾ। ਹਜੇ ਤੱਕ ਨਾ ਤਾਂ ਹੋਮ ਸੈਕਟਰੀ ਤੋਂ ਕੋਈ ਰਿਪਲਾਈ ਆਇਆ, ਨਾ DGP ਪੰਜਾਬ ਤੋਂ ਕੋਈ ਰਿਪਲਾਈ ਆਇਆ। ਕਿਉਂ ਨਹੀਂ ਰਿਪਲਾਈ ਆਇਆ ਇਹ ਉਹ ਦੱਸ ਸਕਦੇ ਆ, ਬਟ ਮੈਨੂੰ ਇਹ ਲੱਗਦਾ ਆ ਕਿ ਉਹ ਬਹੁਤਾ ਸੀਰੀਅਸ ਨਹੀਂ ਹੈ ਕਿਉਂਕਿ ਪੰਜਾਬ ਮੈਂ ਉਹਨਾਂ ਚਾਹੇ ਪੰਜਾਬ ਦਾ ਪੁਲਿਸ ਸਿਸਟਮ ਐਡਮਿਨਿਸਟ੍ਰੇਸ਼ਨ ਆ ਉਹਨੂੰ ਕਹਿਣਾ ਚਾਹੁੰਦਾ, ਚਾਹੇ ਹੋਮ ਸੈਕਟਰੀ ਨੂੰ ਵੀ ਗੱਲ ਕਰਨਾ ਚਾਹੁੰਦਾ ਕਿ ਪੰਜਾਬ ਦੇ ਲੋਕ ਰੈਵਨਿਊ ਦਿੰਦੇ ਆ, ਜਿਹੜੇ ਲੋਕ ਅੱਜ ਰੋ ਰਹੇ ਆ, ਜਿਹੜੇ ਲੋਕ ਇਸ ਸੱਚਾਈ ਨੂੰ ਜਾਣਨਾ ਚਾਹੁੰਦੇ ਆ, ਉਹ ਲੋਕ ਰੈਵਨਿਊ ਦਿੰਦੇ ਆ ਤੁਹਾਨੂੰ ਸਰਕਾਰਾਂ ਨੂੰ, ਉਹ ਲੋਕ ਟੈਕਸ ਪੇ ਕਰਦੇ ਆ ਜਿਹਦੇ ਨਾਲ ਤੁਸੀਂ ਸੈਲਰੀ ਗੇਨ ਕਰਦੇ ਹੋ। ਤੁਸੀਂ ਉਹਨਾਂ ਲੋਕਾਂ ਦੇ ਆਂਸੂਆਂ ਦੀ ਜਾਂ ਉਹਨਾਂ ਲੋਕਾਂ ਦੇ ਦਰਦ ਦੀ ਇੱਕ ਇਨਵੈਸਟੀਗੇਸ਼ਨ ਹੀ ਤਾਂ ਕਰਨੀ ਆ। ਹੋਰ ਆਪਾਂ ਡਿਮਾਂਡ ਕੀ ਕਰ ਰਹੇ ਹਾਂ? ਡਿਮਾਂਡ ਇੰਨੀ ਕਰ ਰਹੇ ਹਾਂ ਕਿ ਯਾਰ ਇੱਕ ਇਹਦੀ ਨਿਰਪੱਖ ਜਾਂਚ ਹੋ ਜਾਣੀ ਚਾਹੀਦੀ ਆ। ਪਰ ਪੁਲਿਸ ਤਾਂ ਕਹਿ ਰਹੀ ਹੈ ਇਹ ਹਾਦਸਾ ਜਿਸ ਤਰੀਕੇ ਦੇ ਨਾਲ ਪੁਲਿਸ ਨੇ ਕ੍ਰਾਈਮ ਸੀਨ ਨੂੰ ਜੋ ਰਿਪੋਰਟਸ ਦੇ ਵਿੱਚ ਆਪਾਂ ਸੁਣਦੇ ਹੀ ਹਾਂ, ਚੈਨਲ ਦੇ ਉੱਤੇ ਵੀ ਦੇਖ ਰਹੇ ਹਾਂ ਕਿ ਇੱਕ ਹਾਦਸਾ ਸੀਗਾ। ਤੁਹਾਨੂੰ ਕਿਉਂ ਲੱਗਦਾ ਹੈ ਫਿਰ ਕਿ ਇਹਦੀ ਨਿਰਪੱਖ ਹੋਰ ਜਾਂਚ ਹੋਣੀ ਚਾਹੀਦੀ ਹੈ ਜਾਂ ਇਹ ਕਿਉਂ ਲੱਗ ਰਿਹਾ ਕਿ ਇਹ ਮਰਡਰ ਹੈ? ਮੈਂ ਜਿੱਦਾਂ ਤੁਹਾਨੂੰ ਪਹਿਲਾਂ ਕਿਹਾ ਕੱਲਾ ਮੈਨੂੰ ਨਹੀਂ ਲੱਗ ਰਿਹਾ, ਜਿੱਥੇ ਆਪਾਂ ਚੱਲ ਜਾਈਏ, ਜਿੱਥੇ ਵੀ ਆਪਾਂ 4 ਬੰਦੇ ਬੈਠੇ ਦੇਖੀਏ ਅੱਜ ਦੀਪ ਦੇ ਬਾਰੇ ਗੱਲ ਹੋ ਰਹੀ ਹੈ। ਹਰ ਇੱਕ ਬੰਦੇ ਦੇ ਮਨ ਦੇ ਵਿੱਚ ਇਹ ਸ਼ੰਕਾ ਆ ਕਿ ਯਾਰ ਦੀਪ ਨਾਲ ਕੁਝ ਮਾੜਾ ਹੋਵੇ, ਐਕਸੀਡੈਂਟਲ ਕੇਸ ਨਹੀਂ ਆ। ਮੈਂ ਲੀਗਲ ਪ੍ਰੋਫੈਸ਼ਨ ਨਾਲ ਡੀਲ ਕਰਦਾ, ਮੈਨੂੰ ਇਹ ਲੱਗਦਾ ਆ ਜਦੋਂ ਆਪਾਂ ਆਮ ਜਿਹੜੇ ਐਕਸੀਡੈਂਟਲ ਕੇਸ ਦੇਖਦੇ ਹਾਂ 304 ਦੇ ਮੁਕੱਦਮੇ ਦੇਖਦੇ ਹਾਂ ਵੀ ਉਹਦੇ 'ਚ ਮੌਤ ਹੋ ਗਈ ਆ, 337 38 ਜਿਹੜਾ ਇੰਜਰੀ ਕੇਸ ਹੈ, ਕੋਈ ਇੱਦਾਂ ਦੀ ਕੇਸ ਦੇਖਦੇ ਹਾਂ ਅਸੀਂ, ਉਹਦੇ ਵਿੱਚ ਪੁਲਿਸ ਦੀ ਜਿਹੜੀ ਇਨਵੈਸਟੀਗੇਸ਼ਨ ਆ ਉਹ ਪਲੇਸ ਆਫ ਅਕਰਨ ਤੋਂ ਸਟਾਰਟ ਹੁੰਦੀ ਹੈ। ਉੱਥੇ ਮੌਕੇ 'ਤੇ ਸਾਰੇ ਜਿਹੜੀ ਚੀਜ਼ਾਂ ਹੈਗੀਆਂ, ਜਿਹੜੇ ਕੇਸ ਨਾਲ ਜੁੜੇ ਤੱਥ ਆ ਉਹ ਸਾਰੇ ਇਕੱਠੇ ਕੀਤੇ ਜਾਂਦੇ ਆ। ਮੌਕੇ 'ਤੇ ਗਵਾਹਾਂ ਦੀ ਜਿਹੜੀ ਹੈਗੀ ਹੈ ਸਟੇਟਮੈਂਟ ਰਿਕਾਰਡ ਕੀਤੀ ਜਾਂਦੀ ਆ। ਜਿਹੜੀ ਸਵਾਲ ਹੀ ਇੱਥੋਂ ਖੜ੍ਹਾ ਹੋ ਗਿਆ, ਜਿਹੜਾ ਮੇਨ ਪ੍ਰਾਈਮ ਵਿਟਨੈਸ ਜਿਹਨੂੰ ਕਹਿੰਦੇ ਅਸੀਂ ਪ੍ਰਾਈਮ ਵਿਟਨੈਸ ਸੀ ਕੇਸ ਦਾ,
ਉਹ ਅਗਲੇ ਦਿਨ ਚਲੇ ਜਾਂਦਾ ਬਾਹਰ, ਪੁਲਿਸ ਉਹਦੀ ਸਟੇਟਮੈਂਟ ਰਿਕਾਰਡ ਨਹੀਂ ਕਰਦੀ। ਐਡਾ ਵੱਡਾ ਬੰਦਾ ਚਲੋ ਪੁਲਿਸ ਦੇ ਰਿਕਾਰਡਿੰਗ ਮੰਨ ਲਈਏ, ਪੁਲਿਸ ਕਹਿੰਦੀ ਐਕਸੀਡੈਂਟ ਹੋਇਆ, ਐਡੇ ਵੱਡੇ ਬੰਦੇ ਦੀ ਇੱਕ ਮੌਤ ਹੋ ਗਈ ਐਕਸੀਡੈਂਟ ਦੇ ਵਿੱਚ, ਉਹਦੇ ਜਿਹੜਾ ਕੇਸ ਦਾ ਆਈ ਵਿਟਨੈਸ ਸੀ, ਜਿਹੜਾ ਦੱਸ ਸਕਦਾ ਸੀ ਪ੍ਰੋਪਰਲੀ ਵੀ ਐਕਸੀਡੈਂਟ ਹੋਇਆ ਕਿੱਦਾਂ ਵਾ, ਉਹਦੀ ਸਟੇਟਮੈਂਟ ਤੱਕ ਰਿਕਾਰਡ ਨਹੀਂ ਕੀਤੀ ਪੁਲਿਸ ਨੇ, ਔਰ ਤੇ ਉਹ ਬੰਦਾ ਉਹ ਵਿਟਨੈਸ ਜਿਹੜੀ ਹੈਗੀ ਬਾਹਰ ਚਲੀ ਗਈ। ਜਾਂ ਪੁਲਿਸ ਨੇ ਉਹਨੂੰ ਕਿਉਂ ਨਹੀਂ ਰੋਕਿਆ ਬਈ ਇਹ ਜਿਹੜਾ ਬੰਦਾ ਆ ਇਸ ਤੋਂ ਬਾਅਦ ਜਿਹੜਾ ਐਕਸੀਡੈਂਟ ਹੋਇਆ ਵਾ, ਹੋ ਸਕਦਾ ਇਸ ਤੋਂ ਬਾਅਦ ਜਿਹੜੇ ਕੁਝ ਸਵਾਲ ਉੱਠਣੇ ਸ਼ੁਰੂ ਹੋ ਜਾਣ, ਅਤੇ ਤੁਸੀਂ ਜਿਹੜੀ ਹੈਗੀ ਆ ਤੁਸੀਂ ਨਾਲ ਸੀਗੇ, ਤੁਸੀਂ ਮੀਡੀਆ ਨੂੰ ਘੱਟੋ ਘੱਟ ਇੱਕ ਬਾਈਟ ਦਿਓ, ਜਾਂ ਮੀਡੀਆ ਦੇ ਵਿੱਚ ਇੱਕ ਗੱਲ ਆਪਣੀ ਸੱਚਾਈ ਜਿਹੜੀ ਕੇਸ ਦੀ ਦੱਸ ਕੇ ਚੱਲ ਜਾਓ, ਕਿਉਂਕਿ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਵੀ ਤਾਂ ਬਣ ਸਕਦੀ ਸੀ ਨਾ ਸਟੇਟ ਦੇ ਵਿੱਚ, ਬਣ ਸਕਦੀ ਸੀ ਨਾ। ਚਲੋ ਅਸੀਂ ਪਰਮਾਤਮਾ ਦਾ ਸ਼ੁਕਰ ਅਦਾ ਕਰਦੇ ਕੋਈ ਇੱਦਾਂ ਦਾ ਚੀਜ਼ ਨਹੀਂ ਹੋਈ ਸਟੇਟ ਦੇ ਵਿੱਚ ਬਣੀ, ਪਰ ਇਹ ਜੇ ਪੁਲਿਸ ਆਪਣੀ ਜ਼ਿੰਮੇਵਾਰੀ ਨਿਭਾਉਂਦੀ, ਇਹ ਸਾਰੀ ਚੀਜ਼ਾਂ ਮੈਂ ਤਾਂ ਇਹ ਲੀਗਲੀ ਹੈ ਸਾਰੀ ਚੀਜ਼ਾਂ, ਇਹ ਮੈਂ ਨਹੀਂ ਕਹਿੰਦਾ, ਇਹ ਕਾਨੂੰਨ ਕਹਿੰਦਾ ਕਿ ਤੁਸੀਂ ਮੌਕੇ 'ਤੇ ਗਵਾਹਾਂ ਦੇ ਸਟੇਟਮੈਂਟ ਰਿਕਾਰਡ ਕਰਨੀ ਆ। ਚਲੋ ਰੀਨਾ ਰਾਏ ਨਹੀਂ ਸੀਗੀ, ਹੋਰ ਮੌਕੇ 'ਤੇ ਗਵਾਹ ਜਿਹੜੇ ਵਿਟਨੈਸ ਸੀਗੇ ਉਹਦੀ ਸਟੇਟਮੈਂਟਸ ਰਿਕਾਰਡ ਕਰੋ ਬਈ, ਕਿਸੇ ਨਾ ਕਿਸੇ ਨੇ ਤਾਂ ਆਖਿਰ ਦੇਖਿਆ ਹੋਣਾ ਬਈ ਜਿਹੜਾ ਐਕਸੀਡੈਂਟ ਹੋਇਆ ਵਾ, ਆਈ ਵਿਟਨੈਸ ਕੋਈ ਨਾ ਕੋਈ ਤਾਂ ਹੋਊਗਾ, ਹਾਈਵੇ ਸੀਗਾ, ਉੱਥੇ ਕਿਹੜਾ ਕੋਈ ਬੰਦਾ ਨਹੀਂ ਸੀ। ਫਿਰ ਪੁਲਿਸ ਉਹਨੂੰ ਮੌਕੇ 'ਤੇ ਨਹੀਂ ਜਾਣ ਦਿੰਦੀ ਕਿਸੇ ਨੂੰ ਅੱਧਾ ਪੌਣਾ ਘੰਟਾ ਗੱਡੀ ਦੇ ਕੋਲ। ਫਿਰ ਪੁਲਿਸ ਜਿਹੜੀ ਹੈਗੀ ਆ ਉਹਦੀ ਇੰਜਰੀ ਜਿਹੜੀ ਹੈਗੀਆਂ ਉਹ ਦੀਪ ਦੀ ਇੰਜਰੀ ਹੈਗੀਆਂ, ਬਾਕੀ ਉਹ ਰੀਨਾ ਰਾਏ ਦੀ ਇੰਜਰੀ ਕਹਿੰਦੀ ਮੈਂ ਪਿੱਛੇ ਹੋ ਕੇ ਸੁੱਤੀ ਸੀ। ਜਿੰਨੀ ਫੋਰਸ ਨਾਲ ਗੱਡੀ ਵੱਜੀ ਹੈ, ਮੈਂ ਕਹਿੰਦਾ ਜਿਹੜਾ ਸਭ ਤੋਂ 7 ਸੀਟਰ ਗੱਡੀ ਦੇ ਵਿੱਚ ਵੀ ਜਿਹੜਾ ਸਭ ਤੋਂ ਮਗਰਲੀ ਸੀਟ 'ਤੇ ਬੈਠਾ ਹੋਊਗਾ ਨਾ, ਉਹ ਵੀ ਭੁੜਕ ਕੇ ਸ਼ੀਸ਼ੇ ਦੇ ਕੋਲ ਆ ਜਾਊਗਾ, ਸ਼ੀਸ਼ੇ ਤੋਂ ਬਾਹਰ ਨਿਕਲ ਜਾਊਗਾ। ਰੀਨਾ ਰਾਏ ਦੀ ਭੂਮਿਕਾ ਵੀ ਤੁਹਾਨੂੰ ਲੱਗਦੀ ਹੈ ਸ਼ੱਕ ਦੇ ਘੇਰੇ? ਮੈਂ ਇਹ ਨਹੀਂ ਕਹਿ ਸਕਦਾ ਕਿ ਰੀਨਾ ਰਾਏ ਦੀ ਭੂਮਿਕਾ ਹੈ ਕਿ ਨਹੀਂ ਹੈ, ਪਰ ਜੋ ਫੈਕਟ ਆ, ਰੀਨਾ ਰਾਏ ਨਾਲ ਪੁੱਛਗਿੱਛ ਹੋਣੀ ਚਾਹੀਦੀ ਸੀ, ਉਹਦੀ ਸਟੇਟਮੈਂਟ ਰਿਕਾਰਡ ਹੋਣੀ ਚਾਹੀਦੀ ਸੀ, ਉਹਨੂੰ ਥੋੜ੍ਹੇ ਚਿਰ ਇੱਥੇ ਪੁਲਿਸ ਨੂੰ ਰੋਕਣਾ ਚਾਹੀਦਾ ਸੀ ਤਾਂ ਕਿ ਉਹ ਲੋਕਾਂ ਨੂੰ ਦੱਸ ਸਕਦੀ ਸੱਚਾਈ ਹੈ ਕੀ ਆ। ਅੱਜ ਇਹ ਸਵਾਲ ਜਿਹੜੇ ਉੱਠ ਰਹੇ ਆ ਉਹ ਇਸੇ ਕਰਕੇ ਉੱਠ ਰਹੇ ਆ ਕਿਉਂਕਿ ਲੋਕਾਂ ਨੂੰ ਕਲੈਰਿਟੀ ਨਹੀਂ ਦਿੱਤੀ ਗਈ, ਲੋਕਾਂ ਨੂੰ ਕਲੀਅਰ ਹੀ ਹੈ ਨਹੀਂ ਕਿ ਐਕਸੀਡੈਂਟ ਹੈ ਕਿ ਪ੍ਰੀ ਪਲਾਨ ਕੋਈ ਘਟਨਾ ਹੈ ਜਿਹੜੀ ਹੋਈ ਆ ਦੀਪ ਦੇ ਨਾਲ ਮਾੜਾ ਹੋਇਆ ਕੋ, ਇਸ ਕਰਕੇ ਸਵਾਲ ਪੈਦਾ ਹੋ ਰਿਹਾ। ਜਿਸ ਤਰੀਕੇ ਦਾ ਰੀਨਾ ਰਾਏ ਉਹਨਾਂ ਦੇ ਪੋਸਟ 2-3 ਦਿਨ ਪਹਿਲਾਂ ਪਾਈ ਸੀ, ਉਹਨਾਂ ਨੇ ਪੂਰਾ ਉਸ ਕ੍ਰਾਈਮ ਸੀਨ ਨੂੰ, ਉਹਨਾਂ ਨੇ ਜੋ ਉਸ ਸੀਨ ਸੀਗਾ ਉਸ ਨੂੰ ਉਸ ਪੋਸਟ ਵਿੱਚ ਲਿਖਿਆ, ਤੁਸੀਂ ਵੀ ਸ਼ਾਇਦ ਪੜ੍ਹਿਆ ਹੋਊਗਾ। ਉਹ ਪੜ੍ਹਨ ਤੋਂ ਬਾਅਦ ਐਜ਼ ਐਨ ਐਡਵੋਕੇਟ ਕੀ ਸੋਚਦੇ ਹੋ, ਤੁਹਾਡੇ ਮਨ ਦੇ ਵਿੱਚ ਕੀ ਸੀਨ ਕ੍ਰੀਏਟ ਹੁੰਦਾ? ਤੁਸੀਂ ਪੋਸਟ ਪੜ੍ਹੀ, ਮੈਂ ਵੀ ਪੋਸਟ ਪੜ੍ਹੀ ਹੈ, ਸਾਰਿਆਂ ਨੇ ਪੋਸਟ ਪੜ੍ਹੀ ਹੈ। ਉਹ ਜਿਹੜੀ ਪੋਸਟ ਹੈ ਉਹ ਉਸੇ ਚੀਜ਼ ਨੂੰ ਸਪੋਰਟ ਕਰਦੀ ਹੈ ਜੋ ਪੁਲਿਸ ਦੱਸ ਰਹੀ ਹੈ। ਪੁਲਿਸ ਦਾ ਵਰਜਨ ਤੇ ਉਹ ਪੋਸਟ ਦਾ ਵਰਜਨ ਸੇਮ ਆ। ਅਸੀਂ ਵੀ ਤਾਂ ਇਹੀ ਗੱਲ ਕਹਿੰਦੇ ਆ, ਜੇ ਇਹੀ ਜਿਹੜੀ ਸਟੇਟਮੈਂਟ ਜਿਹੜੀ ਆ ਟਵੀਟ ਹੁਣ ਕੀਤਾ, ਜੋ ਪੋਸਟ ਹੁਣ ਕੀਤੀ ਰੀਨਾ ਰਾਏ ਨੇ, ਇਹ ਪਹਿਲੇ ਦਿਨ ਕਿਉਂ ਨਹੀਂ ਕੀਤੀ? ਪਹਿਲੇ ਦਿਨ ਕਿਉਂ ਨਹੀਂ ਕੀਤੀ? ਲਾਅ ਕੀ ਕਹਿੰਦਾ? ਲਾਅ ਤਾਂ ਇੱਥੇ ਤੱਕ ਵੀ ਕਹਿੰਦਾ ਹੈ ਕਿ ਅਗਰ ਮੁਕੱਦਮਾ 2 ਘੰਟੇ ਬਾਅਦ ਦਰਜ ਹੋਇਆ ਨਾ, ਕੋਈ ਅਗਰ ਅਕਰੈਂਸ ਹੋਇਆ ਵਾ, ਅਗਰ ਉਹ ਮੁਕੱਦਮਾ ਉਸੇ ਟਾਈਮ ਦਰਜ ਨਹੀਂ ਹੁੰਦਾ, 2 ਘੰਟੇ ਬਾਅਦ ਦਰਜ ਹੁੰਦਾ, ਤਾਂ ਲਾਅ ਕਹਿੰਦਾ ਕਿ ਉਹਨੂੰ ਮੈਨੀਪੂਲੇਟ ਕੀਤਾ ਗਿਆ। ਹੋ ਸਕਦਾ ਉਹ ਕੁਝ ਫੈਕਟ ਮੈਨੀਪੂਲੇਟ ਕੀਤੇ ਗਏ ਹੁਣ। ਪੋਸਟ ਤਾਂ ਆ ਰਹੀ ਹੈ ਅਕਰੈਂਸ ਤੋਂ ਕਿੰਨੇ ਦਿਨਾਂ ਬਾਅਦ ਕਰ ਰਹੀ ਹੈ, ਇਟ ਮੀਨਸ ਕਿਤੇ ਨਾ ਕਿਤੇ ਮੈਨੀਪੂਲੇਸ਼ਨ ਤਾਂ ਹੈਗੀ ਹੈ ਨਾ ਜੀ। ਜਦੋਂ ਇੰਨਾ ਮਾਮਲਾ ਭਖਿਆ ਸੀਗਾ ਐਕਸੀਡੈਂਟ ਦਾ, ਉਦੋਂ ਤਾਂ ਪੋਸਟ ਕਰਕੇ ਤੁਸੀਂ ਸਪਸ਼ਟੀਕਰਨ ਦਿੱਤਾ ਨਹੀਂ ਵੀ, ਜਾਂ ਲੋਕਾਂ ਨੂੰ ਕਲੀਅਰ ਕੀਤਾ ਨਹੀਂ ਮੁੱਦਾ, ਮਾਮਲਾ ਇਹ ਨਹੀਂ ਇਹ ਸੀਗਾ। ਹੁਣ ਤੁਸੀਂ ਇੱਕ ਪੋਸਟ ਕਰ ਰਹੇ ਹੋ ਇੰਨੇ ਦਿਨਾਂ ਬਾਅਦ। ਇਹ ਸਾਰੀ ਚੀਜ਼ਾਂ ਜਿਹੜੀਆਂ ਹੈਗੀਆਂ ਇੰਟਰਕਨੈਕਟ ਹੈਗੀਆਂ ਇੱਕ ਦੂਜੇ ਨਾਲ। ਇਹ ਸਾਰਾ ਦਾ ਸਾਰਾ ਜਿਹੜਾ ਬਲੰਟਰ ਆ, ਇਹ ਇਨਵੈਸਟੀਗੇਸ਼ਨ ਦਾ ਪਾਰਟ ਹੈ, ਇਨਵੈਸਟੀਗੇਸ਼ਨ ਹੋਣੀ ਚਾਹੀਦੀ ਇਹਦੀ। ਅੱਛਾ, ਜਿਵੇਂ ਆਪਾਂ ਕਹਿੰਦੇ ਆ ਵੀ ਹੁਣ ਬਹੁਤ ਸਾਰੇ ਲੋਕ ਇਹ ਕਹਿੰਦੇ ਵੀ ਮਾੜਾ ਹੋਇਆ ਉਹਦੇ ਨਾਲ, ਵੱਡੇ ਇਕੱਠ ਵੀ ਦੀਪ ਸਿੱਧੂ ਦੀ ਸ਼ਰਧਾਂਜਲੀ ਸਮਾਗਮ ਦੇ ਵਿੱਚ ਵੀ ਉਸ ਦਿਨ ਆਪਾਂ ਦੇਖੀ, ਅੰਤਿਮ ਅਰਦਾਸ ਵੇਲੇ ਵੀ, ਤਾਂ ਇੰਨਾ ਵੱਡਾ ਇਕੱਠ ਜਦੋਂ ਇੱਕ ਪਿੱਛੇ ਬੰਦੇ ਦੇ ਖੜਦਾ ਹੈ ਤਾਂ ਮੰਗ ਕੋਈ ਕਿਉਂ ਨਹੀਂ ਕਰ ਰਿਹਾ, ਲੀਗਲੀ ਕਿਉਂ ਨਹੀਂ ਇਸ ਚੀਜ਼ ਨੂੰ ਅਪਣਾ ਰਿਹਾ, ਤੁਸੀਂ ਇਕੱਲੇ ਹੀ ਕਿਉਂ ਕਰ ਰਹੇ ਹੋ? ਦੇਖੋ, ਇਹ ਜਿਹੜਾ ਮੁੱਦਾ ਹੈ ਨਾ, ਕਿਉਂਕਿ ਇਹ ਇੱਕ ਮੌਤ ਨਾਲ ਜੁੜਿਆ ਹੋਇਆ ਮੁੱਦਾ ਮਾਮਲਾ ਆ। ਹਰ ਇੱਕ ਬੰਦੇ ਦੀ ਆਪੋ ਆਪਣੀ ਮਜਬੂਰੀ ਹੁੰਦੀ ਹੈ, ਕਈ ਫੈਮਿਲੀ ਨੂੰ ਲੈ ਕੇ ਟੈਨਸ਼ਨ 'ਚ ਹੁੰਦੇ ਆ। ਮੈਂ ਅੱਜ ਬੋਲ ਰਿਹਾ ਹਾਂ, ਮੈਨੂੰ ਇਹ ਹਿੰਮਤ, ਇਹ ਤਾਕਤ ਮੈਨੂੰ ਦੀਪ ਨੇ ਦਿੱਤੀ ਆ। ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਹੈ, ਕਿਉਂਕਿ ਉਹਨਾਂ ਤਾਕਤਾਂ ਨਾਲ ਲੜਨਾ ਜਿਹੜੀ ਤਾਕਤਾਂ ਨੇ ਦੀਪ ਨੂੰ 26 ਜਨਵਰੀ ਦੇ ਵਿੱਚ ਬਦਨਾਮ ਕੀਤਾ, ਇੰਸੀਡੈਂਟ 'ਚ ਜੇਲ੍ਹ ਦੇ ਵਿੱਚ ਭਜਾਇਆ, ਪਰਚੇ ਦਰਜ ਕੀਤੇ। ਮੈਂ ਬੋਲ ਰਿਹਾ, ਹੋ ਸਕਦਾ ਦੇਖੋ ਇਹ ਜਿਹੜੇ ਇੱਦਾਂ ਦੇ ਮੁੱਦੇ ਆ ਨਾ, ਜਿਹੜੀਆਂ ਰੈਵੋਲੂਸ਼ਨਰੀ ਆਵਾਜ਼ਾਂ ਹੁੰਦੀਆਂ, ਇਹ ਇਹਨਾਂ ਆਵਾਜ਼ਾਂ ਨੂੰ ਸਰਕਾਰਾਂ ਸ਼ੁਰੂ ਤੋਂ ਦਬਦੀਆਂ ਆਈਆਂ, ਅਤੇ ਉਹਨਾਂ ਸਰਕਾਰਾਂ ਨਾਲ ਫਾਈਟ ਕਰਨਾ ਕੋਈ ਸੌਖਾ ਕੰਮ ਨਹੀਂ ਹੈ। ਹੋ ਸਕਦਾ ਕੱਲ੍ਹ ਨੂੰ ਮੇਰੇ ਨਾਲ ਵੀ ਕੋਈ ਮਾੜਾ ਕੰਮ ਕਰਾ ਦੇਣ, ਮੇਰੇ ਨਾਲ ਵੀ ਮਾੜਾ ਹਾਦਸਾ ਵਾਪਰ ਸਕਦਾ, ਮੇਰੇ ਨਾਲ ਵੀ ਕੁਛ ਮਾੜਾ ਹੋ ਸਕਦਾ, ਉਹਨੂੰ ਵੀ ਐਕਸੀਡੈਂਟ ਦਾ ਰੂਪ ਦਿੱਤਾ ਜਾ ਸਕਦਾ। ਪਰ ਜਦੋਂ ਤੱਕ ਅਸੀਂ ਖੜਾਂਗੇ ਨਹੀਂ ਜੁਰਮ ਦੇ ਅੱਗੇ, ਤਾਂ ਜੁਰਮ ਹਟੂਗਾ ਕਿੱਦਾਂ? ਜਦੋਂ ਤੱਕ ਅਸੀਂ ਖੜਾਂਗੇ ਨਹੀਂ, ਜਦੋਂ ਤੱਕ ਅਸੀਂ ਲੜਾਂਗੇ ਨਹੀਂ ਆਪਣੇ ਹੱਕਾਂ ਦੇ ਲਈ, ਅਤੇ ਇਹ ਜਿਹੜੇ ਸਾਡੇ ਹੱਕ ਸਾਨੂੰ ਮਿਲਣਗੇ ਕਿੱਦਾਂ? ਇਹ ਚੀਜ਼ ਮੈਂ ਦੀਪ ਤੋਂ ਸਿੱਖੀ ਹੈ। ਦੀਪ ਨੇ ਆਪਣੀ ਸਾਰੀ ਲਗਜ਼ਰੀ ਲਾਈਫ ਛੱਡ ਕੇ ਨਾ, ਉਹ ਪੰਜਾਬ ਅਤੇ ਪੰਜਾਬ ਦੇ ਲੋਕਾਂ ਦੇ ਹੱਕਾਂ ਦੀ ਲੜਾਈ ਲੜਦਾ ਸੀ, ਅਤੇ ਅੱਜ ਆਪਾਂ ਕਿੱਦਾਂ ਭੁੱਲ ਜਾਈਏ ਦੀਪ ਨੂੰ?
ਪਰ ਇੰਨਾ ਵੱਡਾ ਇਕੱਠ ਹੁੰਦਾ, ਕੋਈ ਇਹ ਗੱਲ ਕਹਿੰਦਾ ਕਿਉਂ ਨਹੀਂ, ਫਿਰ ਇਨੀਸ਼ੀਏਟਿਵ ਲੈਂਦਾ ਕਿਉਂ ਨਹੀਂ? ਬਹੁਤ ਸਾਰੇ ਤਰੀਕੇ ਨੇ ਸ਼ਾਂਤਮਈ ਤਰੀਕੇ ਦੇ ਨਾਲ, ਆਪਾਂ ਬਹੁਤ ਸਾਰੇ ਕੇਸਾਂ ਦੇ ਵਿੱਚ ਕੋਈ ਛੋਟਾ ਜਿਹਾ ਪ੍ਰੋਟੈਸਟ ਕਰਦੇ ਤਾਂ ਉਹਦੇ ਵਿੱਚ ਜਾਂਚ ਟੀਮ ਦਾ ਗਠਨ ਹੋ ਜਾਂਦਾ। ਮੈਂ ਇਹੀ ਗੱਲ ਕਹਿਣਾ ਚਾਹੁੰਦਾ, ਮੈਂ ਇੱਕ ਰਿਕੁਐਸਟ, ਇੱਕ ਅਪੀਲ ਕਰਨਾ ਚਾਹੁੰਦਾ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਉਹਨਾਂ ਆਗੂਆਂ ਨੂੰ। ਮੈਂ ਬਹੁਤ ਛੋਟਾ ਜਿਹਾ ਬੰਦਾ, ਜਿੱਦਾਂ ਮੈਂ ਕਿਹਾ ਮੈਂ ਬਹੁਤ ਛੋਟਾ ਜਿਹਾ ਬੰਦਾ, ਮੈਂ ਘਰੋਂ ਵੀ ਬਹੁਤ ਜਿੱਦਾਂ ਕਹਿ ਲਓ ਕਰੀਚ ਨਹੀਂ ਆ, ਹੈਂਡ ਟੂ ਮਾਊਥ ਬੰਦਾ ਮੈਂ। ਮੇਰੇ ਦਿਲ ਦੇ ਵਿੱਚ ਇੱਕ ਪੀੜਾ ਆ, ਹਰ ਇੱਕ ਬੰਦੇ ਦੇ ਦਿਲ ਦੇ ਵਿੱਚ ਪੀੜਾ ਆ। ਜਿਹੜੇ ਸਾਡੇ ਆਗੂ ਆ, ਜਿਹੜੇ ਉੱਥੇ ਸਾਰੇ ਪ੍ਰੋਗਰਾਮ ਨੂੰ ਵੀ ਜਿਨ੍ਹਾਂ ਨੇ ਮੈਨੇਜ ਕੀਤਾ ਆ, ਜਾਂ ਦੀਪ ਦੇ ਜਿਹੜੇ ਬਹੁਤ ਕਲੋਜ਼ ਰਹੇ ਆ, ਜਿਹੜੇ ਦੀਪ ਦੇ ਨਾਲ 24 ਘੰਟੇ ਚੱਲਦੇ ਰਹੇ ਆ, ਉਹਨਾਂ ਨੂੰ ਮੈਂ ਕਹੂੰਗਾ ਪ੍ਰੋਗਰਾਮ ਲਿਖੋ, ਅਸੀਂ ਨਾਲ ਆਵਾਂਗੇ, ਅਸੀਂ ਇਕੱਠੇ ਹੋਵਾਂਗੇ, ਇਕੱਠੇ ਹੋ ਕੇ ਇਸ ਸੱਚ ਨੂੰ ਜਿਹੜਾ ਜਾਣਨ ਦੀ ਕੋਸ਼ਿਸ਼ ਕਰੀਏ। ਚਾਹੇ ਐਕਸੀਡੈਂਟ ਹੀ ਆ, ਪਰ ਲੋਕਾਂ ਦਾ ਸੱਚ ਜਾਣਨਾ ਰਾਈਟ ਹੈ, ਉਹਨਾਂ ਦਾ ਰਾਈਟ ਹੈ, ਉਹਨਾਂ ਦਾ ਕਨਸਟੀਟਿਊਸ਼ਨਲ ਰਾਈਟ ਹੈ, ਇਹ ਸੱਚ ਉਹਨਾਂ ਨੂੰ ਪਤਾ ਹੋਣਾ ਚਾਹੀਦਾ। ਪਰ ਇੱਦਾਂ ਵੀ ਤਾਂ ਹੈ ਨਾ, ਉਹਨਾਂ ਦੇ ਬ੍ਰਦਰ ਖੁਦ ਐਡਵੋਕੇਟ ਨੇ, ਪਰਿਵਾਰ ਦੇ ਵੱਲੋਂ ਵੀ ਇੱਦਾਂ ਦੀ ਕੋਈ ਤੱਕ ਮੰਗ ਜਿਹੜੀ ਹੈ ਲੀਗਲੀ ਤੌਰ ਦੇ ਉੱਤੇ ਤਾਂ ਨਹੀਂ ਅਜੇ ਤੱਕ ਦੇਖੀ ਕਿਤੇ ਆਪਾਂ। ਦੇਖੋ ਗੱਲ ਫਿਰ ਉਹੀ ਹੈ ਕਿ ਜੇ ਉਹਨਾਂ ਨੇ ਮੰਗ ਨਹੀਂ ਕੀਤੀ, ਕਿਉਂ ਨਹੀਂ ਕੀਤੀ? ਕਿਉਂਕਿ ਇੱਕ ਐਡਾ ਵੱਡਾ ਹਾਦਸਾ, ਇੱਕ ਇੰਨੀ ਜਵਾਨੀ ਦੇ ਵਿੱਚ ਕਿਸੇ ਘਰ ਦਾ ਪੁੱਤ ਇਸ ਦੁਨੀਆ ਤੋਂ ਚਲੇ ਜਾਣਾ, ਕਿਸੇ ਦਾ ਭਰਾ ਸਗਾ ਇਸ ਦੁਨੀਆ ਤੋਂ ਚਲੇ ਜਾਣਾ, ਇੱਕ ਬਹੁਤ ਵੱਡਾ ਸਦਮਾ, ਦੁੱਖ ਹੈ। ਇਸ ਦੁੱਖ ਦੀ ਘੜੀ ਦੇ ਵਿੱਚ ਉਹਨਾਂ 'ਤੇ ਲੱਖਾਂ ਬੰਦਾ ਉਹਨਾਂ ਨੂੰ ਮਿਲ ਵੀ ਰਿਹਾ, ਆ ਜਾ ਵੀ ਰਿਹਾ, ਰੁਝੇਵੇਂ ਬਹੁਤ ਜ਼ਿਆਦਾ ਹੋਣੇ ਉਹਨਾਂ ਦੇ। ਇਹ ਕੋਈ ਇੰਨਾ ਵੱਡਾ ਦਰਦ ਆ, ਹੋ ਸਕਦਾ ਉਹਨਾਂ ਕੋਲ ਟਾਈਮ ਨਾ ਲੱਗਾ ਹੋਵੇ ਇਸ ਚੀਜ਼ ਬਾਰੇ। ਪਰ ਜਿਹੜੇ ਦੂਸਰੇ ਬੰਦੇ, ਜਿੱਦਾਂ ਮੈਂ ਦੀਪ ਨਾਲ ਜੁੜਿਆ ਸੀ, ਮੇਰੇ ਵਰਗੇ ਬੰਦਿਆਂ ਨੂੰ ਚਾਹੀਦਾ ਇਸ ਲੜਾਈ ਨੂੰ ਅੱਗੇ ਲੈ ਕੇ ਜਾਣਾ। ਮੇਰੇ ਵਰਗੇ ਬੰਦਿਆਂ ਨੂੰ ਚਾਹੀਦਾ ਕਿ ਜਿਹੜੇ ਪੰਜਾਬ ਦੇ ਲੋਕ ਅੱਜ ਸੱਚ ਜਾਣਨਾ ਚਾਹੁੰਦੇ ਆ, ਉਹਨਾਂ ਦੇ ਦਿਲ ਦੇ ਵਿੱਚ ਜਿਹੜੀ ਸ਼ੰਕਾ ਆ ਉਹਨੂੰ ਦੂਰ ਕਰਨ ਵਾਸਤੇ ਆਪਾਂ ਕੋਈ ਸਟੈਪ ਆਊਟ ਕਰੀਏ। ਇਸੇ ਕਰਕੇ ਮੈਂ ਸਟੈਪ ਆਊਟ ਕੀਤਾ, ਪੂਰੇ ਪੰਜਾਬ ਦੇ ਵਿੱਚ ਮੈਂ ਹੀ ਮੰਗ ਪੱਤਰ ਦਿੱਤਾ ਹੈ। ਅਗਰ ਮੈਨੂੰ ਲੱਗਦਾ ਕਿ 2-4-5 ਮੰਗ ਪੱਤਰ ਵੀ ਪਹੁੰਚ ਜਾਂਦਾ ਹੁਣ ਸਰਕਾਰਾਂ ਕੋਲ ਜਾਂ DGP ਪੰਜਾਬ ਕੋਲ, ਤੇ ਹੋ ਸਕਦਾ ਕਿ ਇੱਕ SIT ਗਠਿਤ ਹੋ ਜਾਂਦੀ ਤੇ ਜਿਹੜਾ ਸੱਚ ਹੈਗਾ ਉਹ ਸਾਹਮਣੇ ਆ ਜਾਂਦਾ। ਅੱਛਾ ਨੀਮ ਜੀ, ਇੱਕ ਗੱਲ ਮੇਰੇ ਵੀ ਮਨ ਦੇ ਵਿੱਚ ਆ ਰਹੀ ਹੈ, ਜਦੋਂ ਇੰਟਰਵਿਊ ਲੋਕ ਸੁਣਨਗੇ ਤਾਂ ਉਹਨਾਂ ਦੇ ਮਨ 'ਚ ਵੀ ਆਊਗਾ ਕਿ ਹਾਦਸਾ ਹਰਿਆਣਾ ਦੇ ਵਿੱਚ ਵਾਪਰਦਾ ਹੈ ਤਾਂ ਕਾਨੂੰਨ ਤਾਂ ਇਹ ਕਹਿੰਦਾ ਵੀ ਉੱਥੇ ਦੀ ਲੋਕਲ ਜਿਹੜੀ ਪੁਲਿਸ ਹੈ ਉਹ ਇਨਵੈਸਟੀਗੇਟ ਕਰੂਗੀ, ਜਿਹਦੀ ਯੂਰਿਸਡਿਕਸ਼ਨ ਦੇ ਵਿੱਚ ਉਹ ਹਾਦਸਾ ਹੋਇਆ ਹੋਊਗਾ, ਔਰ ਮੰਗ ਪੱਤਰ ਪੰਜਾਬ ਪੁਲਿਸ ਨੂੰ ਦਿੱਤਾ ਜਾ ਰਿਹਾ ਹੈ। ਇਹਦੀ ਤੁਕ ਬਣਦੀ ਹੈ ਕੋਈ? ਲਾਅ ਕੀ ਕਹਿੰਦਾ ਹੈ, ਇੱਦਾਂ SIT ਗਠਨ ਹੋ ਸਕਦੀ ਹੈ? ਇੰਡੀਆ ਇੱਕ ਡੈਮੋਕ੍ਰੈਟਿਕ ਕੰਟਰੀ ਹੈ, ਇੱਥੇ ਫੈਡਰਲ ਸਿਸਟਮ ਹੈ ਸਰਕਾਰਾਂ ਦਾ, ਬਟ ਜਿੱਥੇ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਆ ਜਾਏ, ਆਪਾਂ CBI ਦੀ ਮੰਗ ਕਿਉਂ ਕਰਦੇ ਹਾਂ? CBI ਹੈਜ਼ ਅ ਪਾਵਰ ਟੂ ਇਨਵੈਸਟੀਗੇਟ ਦੀ ਮੈਟਰ ਆਲ ਓਵਰ ਇੰਡੀਆ। ਸਟੇਟ ਅਗਰ ਸਾਡੀ ਪੰਜਾਬ ਦੀ ਸਟੇਟ ਹੈ, ਅਗਰ ਇਹ ਲਿਖ ਕੇ ਦੇ ਦੇਵੇ CBI ਨੂੰ ਕਿ ਇਸ ਮੈਟਰ ਦੀ ਜਿਹੜੀ ਇਨਵੈਸਟੀਗੇਸ਼ਨ ਕਰਨੀ ਮੰਗ ਕਰਦੇ ਹਾਂ ਅਸੀਂ ਸੈਂਟਰ ਗੌਰਮੈਂਟ ਨੂੰ, ਅਤੇ ਸੈਂਟਰ ਗੌਰਮੈਂਟ ਦੀ ਡਿਊਟੀ ਕਿਆ ਉਹਦੀ ਜਿਹੜੀ ਹੈਗੀ ਮੰਗ ਪੰਜਾਬ ਸਟੇਟ ਦੀ ਮੰਗ ਪੂਰੀ ਨਹੀਂ ਹੋਊਗੀ? ਕਿਉਂਕਿ ਇਹ ਛੋਟਾ ਮੋਟਾ ਮਾਮਲਾ ਨਹੀਂ ਹੈ ਨਾ, ਇਹ ਪੰਜਾਬ ਅਤੇ ਪੰਜਾਬੀਅਤ ਨਾਲ ਜੁੜਿਆ ਇੱਕ ਬੰਦਾ ਜਿਹੜਾ ਨਵੇਂ ਪੰਜਾਬ ਨੂੰ ਸਿਰਜਣ ਦੀ ਗੱਲ ਕਰਦਾ ਸੀ, ਉਹਦੇ ਨਾਲ ਘਟਨਾ ਵਾਪਰੀ ਹੈ। ਉਹ ਐਕਸੀਡੈਂਟ ਕੇਸ ਮੰਨ ਕੇ ਚੱਲੀਏ, ਪਰ ਅਗਰ ਪੰਜਾਬ ਸਰਕਾਰ ਲੋਕਾਂ ਦੇ ਦਿਲਾਂ ਦੇ ਵਿੱਚ ਜਿਹੜੀ ਸ਼ੰਕਾ ਹੈ ਉਹਨੂੰ ਦੂਰ ਕਰਨ ਵਾਸਤੇ ਅਗਰ ਸਟੈਪ ਆਊਟ ਕਰਦੀ ਹੈ, ਅਗਰ ਇੱਕ ਮੰਗ ਕਰ ਦਿੰਦੀ ਹੈ, ਤਾਂ ਕਿਉਂ ਨਹੀਂ ਇਨਵੈਸਟੀਗੇਸ਼ਨ ਹੋ ਸਕਦੀ ਹੈ। ਛੋਟੇ ਮੋਟੇ ਅਕਸਰ ਕੇਸਾਂ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਜਦੋਂ ਆਪਾਂ ਇੱਕ ਮੰਗ ਪੱਤਰ ਦੇ ਦਈਏ ਇੱਕ ਜ਼ਿਲ੍ਹੇ ਦੇ ਵਿੱਚ, ਜਿੱਦਾਂ ਜੁਰੀਡਿਕਸ਼ਨ ਦੀ ਗੱਲ ਕਰਦਾ ਮੈਂ, ਤੁਹਾਡੀ ਗੱਲ ਬਿਲਕੁਲ ਠੀਕ ਹੈ ਕਿ ਪਲੇਸ ਆਫ ਅਕਰੈਂਸ ਜਿੱਥੇ ਹੈਗਾ ਲੋਕਲ ਥਾਣਾ ਇਨਵੈਸਟੀਗੇਟ ਕਰ ਸਕਦਾ ਉਹ ਮੈਟਰ ਨੂੰ, ਬਟ ਜਿੱਥੇ ਕਿਤੇ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਹੋ ਜਾਏ ਜਾਂ ਮਾਮਲਾ ਕੋਈ ਬਹੁਤ ਵੱਡਾ ਹੋ ਜਾਵੇ ਜਿਹਦੇ ਨਾਲ ਸਟੇਟ ਨੂੰ ਫਰਕ ਪੈਂਦਾ ਹੋਵੇ, ਜਾਂ ਐਡਾ ਵੱਡਾ ਮਾਮਲਾ ਹੋ ਜਾਏ, ਉਹਦੀ ਜਾਂਚ ਹੋਣੀ ਬਹੁਤ ਜ਼ਰੂਰੀ ਹੈ ਸਰਕਾਰਾਂ ਵਾਸਤੇ ਵੀ, ਕਿਉਂਕਿ ਸਰਕਾਰਾਂ ਨਾਲ ਦੀ ਡਿਊਟੀ ਬਣਦੀ ਹੈ ਲਾਅ ਐਂਡ ਆਰਡਰ ਨੂੰ ਮੇਨਟੇਨ ਰੱਖਣਾ। ਉਸ ਕੇਸਾਂ ਵਿੱਚ ਵੀ ਪੰਜਾਬ ਸਰਕਾਰ ਹਰਿਆਣਾ ਸਰਕਾਰ ਨਾਲ ਕਰਕੇ ਗੱਲਬਾਤ ਇੱਕ ਜੁਆਇੰਟ SIT ਗਠਿਤ ਕਰ ਦੇਵੇ ਬਈ ਜਿਹੜੇ ਪੰਜਾਬ ਦੇ ਲੋਕ ਆ ਉਹਨਾਂ ਦੇ ਮਨਾਂ ਦੇ ਵਿੱਚ ਕੋਈ ਸ਼ੰਕਾ ਹੈਗੀ ਆ, ਅਸੀਂ 2 ਅਫਸਰ ਤੁਹਾਨੂੰ ਆਪਣੇ ਦਿੰਦੇ ਹਾਂ, 2-3 ਅਫਸਰ ਤੁਸੀਂ ਆਪਣੇ ਪਾਓ, ਅਤੇ ਇਹਦੀ ਜਿਹੜੀ ਹੈਗੀ ਮਾਮਲੇ ਦੀ ਜਾਂਚ ਨਿਰਪੱਖ ਹੋ ਜਾਵੇ। ਕਰ ਸਕਦੀ ਸਰਕਾਰ, ਕਿਉਂ ਨਹੀਂ ਕਰ ਸਕਦੀ? ਅੱਛਾ ਨਹੀਂ ਜੀ, ਜੇ ਮੰਨ ਲਓ ਜੇ ਆਪਾਂ ਇਹ ਵੀ ਗੱਲ ਤੁਹਾਡੀ ਜਿਸ ਤਰੀਕੇ ਨਾਲ ਇੱਕ ਤੁਸੀਂ ਐਂਗਲ ਦੇਖਦੇ ਹੋ ਵੀ ਉਸ ਨੂੰ ਕੋਈ ਹਾਦਸਾ ਵਾਪਰਿਆ ਜਾਂ ਉਹ ਹਾਦਸਾ ਕ੍ਰੀਏਟ ਕਰ ਦਿੱਤਾ ਗਿਆ, ਉੱਥੇ ਫਾਇਦਾ ਕਿਸ ਨੂੰ ਸੀਗਾ ਦੀਪ ਸਿੱਧੂ ਦੀ ਮੌਤ ਨਾਲ? ਫਾਇਦਾ ਲੈਣ ਵਾਲੇ ਤੇ ਜਿਨ੍ਹਾਂ ਨੇ ਫਾਇਦਾ ਲੈਣਾ ਸੀ ਉਹ ਲੈ ਗਏ ਆ, ਉਸੇ ਚੀਜ਼ ਦੀ ਤਾਂ ਅਸੀਂ ਮੰਗ ਕਰ ਰਹੇ ਹਾਂ। ਕੌਣ ਲੋਕ ਨੇ? ਜਿਹੜੇ ਲੋਕ ਵੀ ਜਿਹੜੇ ਲੋਕਾਂ ਨੇ ਦੀਪ ਨਾਲ ਮਾੜਾ ਕੀਤਾ ਉਹੀ ਲੋਕ ਆ, ਉਹੀ ਸੋਚ ਆ, ਜਿਹੜੀ ਸੋਚ ਦੀਪ ਨੂੰ ਨਹੀਂ ਚਾਹੁੰਦੀ ਸੀ ਕਿ ਪੰਜਾਬ ਦੇ ਵਿੱਚ ਸਰਵਾਈਵ ਕਰੇ, ਜਿਹੜੀ ਸੋਚ ਨਹੀਂ ਚਾਹੁੰਦੀ ਸੀ ਕਿ ਨਵੇਂ ਪੰਜਾਬ ਨੂੰ ਸਿਰਜਣ ਦੀ ਗੱਲ ਕਰੇ, ਜਿਹੜੀ ਸੋਚ ਨਹੀਂ ਚਾਹੁੰਦੀ ਸੀ ਪੰਜਾਬ ਦੇ ਵਿੱਚ ਭਾਈਚਾਰਕ ਸਾਂਝ ਬਣੀ ਰਹੇ, ਜਿਹੜੀ ਸੋਚ ਨਹੀਂ ਚਾਹੁੰਦੀ ਸੀ ਪੰਜਾਬ ਜਿਹੜਾ 26 ਨੰਬਰ 'ਤੇ ਪਹੁੰਚ ਚੁੱਕਾ ਆ ਉਹ ਪਹਿਲੇ ਨੰਬਰ 'ਤੇ ਦੁਬਾਰਾ ਸੂਬਾ ਪਹੁੰਚੇ, ਉਹ ਸੋਚ ਨੇ ਦੀਪ ਨਾਲ ਮਾੜਾ ਕੀਤਾ, ਉਹੀ ਸੋਚ ਨੂੰ ਫਾਇਦਾ ਹੋਇਆ ਦੀਪ ਦੇ ਜਾਣ ਨਾਲ।
ਸਾਡਾ ਤਾਂ ਘਾਟਾ ਹੋਇਆ ਨਾ, ਸਾਡਾ ਨੁਕਸਾਨ ਹੋਇਆ, ਸਾਡਾ ਦਿਲ ਰੋਂਦਾ। ਅਸੀਂ ਇਸੇ ਕਰਕੇ ਤਾਂ ਡਿਮਾਂਡ ਕਰ ਰਹੇ ਹਾਂ ਕਿ ਇਹਦੇ SIT ਗਠਿਤ ਕਰ ਦਿਓ। SIT ਗਠਿਤ ਕਰਨ ਨਾਲ ਤੁਹਾਡਾ ਬਹੁਤ ਵੱਡਾ ਜਿਹੜਾ ਹੈਗਾ ਉਹ ਰੈਵਨਿਊ ਨਹੀਂ ਖਰਚ ਹੋ ਜਾਣਾ। ਜਿੰਨੀ ਕੁ ਕਰਪਸ਼ਨ ਸਰਕਾਰਾਂ ਹੋਰ ਡਿਪਾਰਟਮੈਂਟਾਂ ਦੇ ਵਿੱਚ ਚੱਲਦੀ ਹੈ, ਉਹ ਉਨਾ ਕੁ ਨਹੀਂ ਤੁਹਾਡਾ ਖਰਚ ਹੋਣਾ, ਕੁਝ ਵੀ ਨਹੀਂ ਖਰਚ ਹੋਣਾ। ਦੋ ਅਫਸਰ ਤੁਸੀਂ ਦੇਣੇ ਸਿਰਫ ਫਿਰ ਇਨਵੈਸਟੀਗੇਸ਼ਨ ਵਾਸਤੇ, ਉਹ ਵੀ ਤੁਹਾਡੀ ਡਿਊਟੀ ਬਣਦੀ ਹੈ। ਅਸੀਂ ਟੈਕਸ ਪੇਅਰ ਹਾਂ, ਟੈਕਸ ਪੇ ਕਰਦੇ ਹਾਂ, ਇਸੇ ਕਰਕੇ ਕਰਦੇ ਹਾਂ ਕਿ ਲਾਅ ਐਂਡ ਆਰਡਰ ਜਿਹੜਾ ਹੈਗਾ ਉਹ ਸਾਨੂੰ ਜਸਟਿਸ ਪ੍ਰੋਵਾਈਡ ਕਰਾ ਸਕੇ, ਸਾਨੂੰ ਜਸਟਿਸ ਮਿਲ ਸਕੇ। ਐਡਮਿਨਿਸਟ੍ਰੇਸ਼ਨ ਦੀ ਡਿਊਟੀ ਬਣਦੀ ਹੈ ਲੋਕਾਂ ਨੂੰ ਸੱਚ ਦੱਸਣਾ। ਸਿਮਰਨਜੀਤ ਸਿੰਘ ਮਾਨ ਉਹਨਾਂ ਦੀ ਖੁੱਲ੍ਹ ਕੇ ਸਪੋਰਟ ਕੀਤੀ ਸੀ ਦੀਪ ਸਿੱਧੂ ਨੇ। ਤਾਂ ਜੇ ਪੋਲੀਟੀਕਲੀ ਆਪਾਂ ਉਸ ਐਂਗਲ ਤੋਂ ਵੀ ਦੇਖੀਏ ਤਾਂ ਅਮਰਗੜ੍ਹ ਦੇ ਵਿੱਚ ਜਾ ਕੇ ਬਹੁਤ ਸਾਰੀਆਂ ਸਟੇਜਾਂ ਤੋਂ ਦੀਪ ਸਿੱਧੂ ਬੋਲੇ, ਸਿਮਰਨਜੀਤ ਸਿੰਘ ਮਾਨ ਉਹਨਾਂ ਦੇ ਹੱਕ 'ਚ ਵੋਟ ਭੁਗਤਾਉਣ ਦੇ ਲਈ ਲੋਕਾਂ ਨੂੰ ਅਪੀਲ ਕੀਤੀ ਉਹਨਾਂ ਨੇ। ਉਸ ਚੀਜ਼ ਨੂੰ ਕਿਵੇਂ ਦੇਖਦੇ? ਕਈ ਵਾਰੀ ਕਿਸੇ ਦੇ ਪਰਸਨਲ ਰਿਲੇਸ਼ਨ ਵੀ ਹੁੰਦੇ ਆ। ਮੰਨ ਲਓ ਕੋਈ ਮੈਂ ਜਿਸ ਸ਼ਹਿਰ 'ਚ ਰਹਿਣਾ, ਕਿਸੇ ਲੀਡਰ ਨਾਲ ਮੇਰੇ ਪਰਸਨਲ ਰਿਲੇਸ਼ਨ ਵੀ ਹੋ ਸਕਦੇ ਆ, ਉਹਦੀ ਸਪੋਰਟ ਦੇ ਵਿੱਚ ਮੈਂ ਅਗਰ ਕੋਈ ਮੈਨੂੰ ਰਿਕੁਐਸਟ ਕਰੇ ਤਾਂ ਮੈਂ ਉਹਨੂੰ ਕਰ ਸਕਦਾ ਹਾਂ। ਸਿਮਰਨਜੀਤ ਸਿੰਘ ਉਹਨਾਂ ਦਾ ਜਿਹੜਾ ਵਿਜ਼ਨ ਆ ਜਾਂ ਦੀਪ ਦਾ ਜਿਹੜਾ ਵਿਜ਼ਨ ਸੀ, ਉਹ ਹੋ ਸਕਦਾ ਉਹਨਾਂ ਦਾ ਆਪਸ ਦੇ ਵਿੱਚ ਕੋਈ ਮੇਲ ਖਾਂਦਾ ਹੋਵੇ, ਕੁਝ ਉਹਨਾਂ ਦੇ ਆਪਸ 'ਚ ਵਿਚਾਰ ਰਲਦੇ ਹੋਣ, ਜਾਂ ਦੋਨੇ ਹੀ ਜਿਹੜੇ ਹੈਗੇ ਆ ਉਹ ਨਵੇਂ ਪੰਜਾਬ ਨੂੰ ਸਿਰਜਣ ਦੀ ਗੱਲ ਕਰਦੇ ਹੋਣ। ਇਸ ਕਰਕੇ ਦੀਪ ਨੇ ਅਗਰ ਉਹਨੇ ਸਟੇਜ ਸਾਂਝੀ ਕੀਤੀ ਹੈ, ਕਿਉਂਕਿ ਦੀਪ ਆਪ ਤਾਂ ਪੋਲੀਟਿਕਸ 'ਚ ਆਉਣਾ ਨਹੀਂ ਚਾਹੁੰਦਾ ਸੀ। ਮੈਨੂੰ ਲੱਗਦਾ ਸੀ ਕਿ ਦੀਪ ਅਗਰ ਕਿਤੋਂ ਵੀ ਇਲੈਕਸ਼ਨ ਲੜ ਲੈਂਦਾ, ਕਿਸੇ ਵੀ ਸੀਟ ਤੋਂ ਲੜ ਲੈਂਦਾ, ਤਾਂ ਦੀਪ ਨੇ ਜਿੱਤ ਜਾਣਾ ਸੀਗਾ, MLA ਬਣ ਜਾਣਾ ਸੀ, ਅਗਰ ਆਪ MLA ਬਣਨਾ ਚਾਹੁੰਦਾ ਤਾਂ। ਪਰ ਨਹੀਂ, ਉਹਨੇ ਆਪ MLAਸ਼ਿਪ ਨਹੀਂ ਲੜੀ, ਕਿਉਂਕਿ ਲੋਕਾਂ ਨੇ ਪਹਿਲਾਂ ਵੀ ਉਹਨੂੰ ਇਹ ਬਦਨਾਮ ਕੀਤਾ ਸੀਗਾ। ਕਿਸਾਨ ਮੂਵਮੈਂਟ ਜਦੋਂ ਚੱਲ ਰਹੀ ਸੀ ਕਿ ਇਹਨੇ MLA ਦੀ ਇਲੈਕਸ਼ਨ ਲੜਨੀ ਹੈ ਹੁਣ ਆਉਣ ਵਾਲੇ ਟਾਈਮ 'ਚ, ਬਹੁਤ ਲੋਕਾਂ ਨੇ ਬਦਨਾਮ ਕੀਤਾ। ਫਿਰ ਲੋਕਾਂ ਨੇ ਉਹਨੂੰ ਦੂਜੇ ਤਰੀਕੇ ਨਾਲ ਬਦਨਾਮ ਕੀਤਾ, ਗੱਦਾਰ ਕਹਿ ਕੇ ਕੀਤਾ। ਸਾਡੇ ਪੰਜਾਬੀਆਂ ਦੇ ਵਿੱਚ ਨਾ, ਸਾਡੇ ਲੋਕਾਂ ਦੇ ਵਿੱਚ ਇੱਕ ਇਹੀ ਕਹਿ ਲਓ ਕਿ ਨੁਕਸ ਆ, ਗਲਤੀ ਹੈ, ਜਦੋਂ ਜਿੰਦਾ ਜੀ ਬੰਦਾ ਅਸੀਂ ਉਹਦੀ ਕਦਰ ਨਹੀਂ ਪਾਉਂਦੇ। ਅੱਜ ਲੱਖਾਂ ਦਾ ਇਕੱਠ ਹੋ ਗਿਆ ਉਹਦੇ ਜਾਣ ਮਗਰੋਂ, ਇਹੀ ਇਕੱਠ ਕਿਤੇ ਉਹਦੇ ਜਿੰਦੇ ਜੀ ਸਪੋਰਟ ਕਰ ਦਿੰਦਾ ਨਾ, ਤਾਂ ਸ਼ਾਇਦ ਪੰਜਾਬ ਦਾ ਭਲਾ ਹੋ ਜਾਂਦਾ। ਉਹ ਡਾਇਰੈਕਟ ਨਹੀਂ ਕਰ ਪਾਏ ਜਿਹੜੇ ਲੀਡਰ ਕਾਲ ਦੇ ਰਹੇ ਸੀ ਉਸ ਦਿਨ ਅੰਤਿਮ ਅਰਦਾਸ ਦੇ ਵਿੱਚ ਸ਼ਾਮਲ ਹੋਣ ਲਈ। ਬਹੁਤ ਸਾਰੇ ਮੇਨ ਆਪਾਂ ਉੱਥੇ ਬੁਲਾਰੇ ਸੁਣੇ ਵੀ ਹੈ, ਬਹੁਤ ਸਾਰੇ ਲੋਕ ਅੱਗੇ ਲੱਗੇ ਵੀ ਸੀਗੇ ਜੋ ਉਸ ਇਕੱਠ ਨੂੰ ਲੀਡ ਕਰ ਰਹੇ ਸੀ, ਆਪਾਂ ਕਹਿ ਸਕਦੇ ਹਾਂ। ਤਾਂ ਉਹ ਡਾਇਰੈਕਸ਼ਨ ਨਹੀਂ ਦੇ ਪਾਏ ਲੱਗ ਰਿਹਾ। ਜਿੰਨੀਆਂ ਵੀ ਉੱਥੋਂ ਸਟੇਜ ਤੋਂ ਜਿੰਨੇ ਵੀ ਆਪਣੇ ਸਪੀਚਾਂ ਹੋਈਆਂ ਵਾ, ਮੈਂ ਉਸ ਦਿਨ ਉੱਥੇ ਮੌਕੇ 'ਤੇ ਮੌਜੂਦ ਸੀਗਾ। ਅੰਤਿਮ ਅਰਦਾਸ ਦੇ ਵਿੱਚ ਮੈਂ ਪਹੁੰਚਿਆ ਸੀ। ਬੰਦਾ ਬਹੁਤ ਉੱਥੇ ਵੀ ਦੇਖਿਆ, ਲੱਖਾਂ ਬੰਦਾ ਉੱਥੇ ਪਹੁੰਚਿਆ। ਚਲੋ ਉਹ ਘੜੀ ਜਿਹੜੀ ਉਹ ਸਟੇਜ ਸੀਗੀ ਨਾ, ਉਹ ਸਿਰਫ ਇੱਕ ਦੁੱਖ ਨੂੰ ਸਾਂਝਾ ਕਰਨ ਦੀ ਸਟੇਜ ਸੀਗੀ। ਅੰਤਿਮ ਅਰਦਾਸ ਦਾ ਮੌਕਾ ਸੀਗਾ, ਹਰ ਇੱਕ ਬੰਦਾ ਉਸ ਟਾਈਮ ਇਮੋਸ਼ਨਲ ਹੋਇਆ ਪਿਆ ਸੀਗਾ। ਜਦੋਂ ਅੰਤਿਮ ਅਰਦਾਸ ਹੋ ਗਈ, ਉਸ ਤੋਂ ਅਗਲੇ ਦਿਨ ਇੱਕ ਜਿੰਨੇ ਵੀ ਆਗੂ ਹੈਗੇ ਆ, ਮੇਨ ਜ਼ਿੰਮੇਦਾਰ ਬੰਦੇ ਆ, ਉਹਨਾਂ ਨੂੰ ਇੱਕ ਮੀਟਿੰਗ ਕਰਨੀ ਚਾਹੀਦੀ ਸੀ। ਉਹਨਾਂ ਮੀਟਿੰਗ ਕਰਕੇ ਇੱਕ ਸਾਡੇ ਵਰਗੇ ਲੋਕਾਂ ਨੂੰ, ਜਿਹੜੇ ਦੀਪ ਨਾਲ ਜੁੜੇ ਲੋਕ ਆ, ਲੱਖਾਂ ਲੋਕ ਆ, ਸਾਡੇ ਵਰਗੇ ਬੰਦਿਆਂ ਨੂੰ ਇੱਕ ਸਾਡੀ ਜ਼ਿੰਮੇਵਾਰੀ ਦੇਣੀ ਚਾਹੀਦੀ ਸੀ ਬਈ ਦੀਪ ਦੇ ਜਿਹੜਾ ਹਾਦਸਾ ਹੋਇਆ ਵਾ, ਜਿਹੜੇ ਲੋਕਾਂ ਦੇ ਮਨਾਂ ਦੇ ਵਿੱਚ ਸ਼ੰਕਾ ਆ, ਇਹਨੂੰ ਦੂਰ ਕਰਨ ਵਾਸਤੇ ਅਸੀਂ ਇਸ ਤਰੀਕੇ ਨਾਲ ਚੱਲਣਾ ਹੈ। ਸਾਨੂੰ ਇੱਕ ਪ੍ਰੋਗਰਾਮ ਤੇ ਦੇਣ, ਅਸੀਂ ਉਹਨੂੰ ਫੋਲੋ ਕਰਾਂਗੇ। ਹੁਣ ਅਸੀਂ ਆਪ ਦੇ ਲੈਵਲ 'ਤੇ ਇੱਕ SIT ਗਠਿਤ ਕਰਨ ਦੀ ਮੰਗ ਕੀਤੀ ਆ। ਇਹੀ 2-4-5 ਹਜ਼ਾਰ ਬੰਦਿਆਂ ਵੱਲੋਂ ਅਗਰ ਚੱਲ ਜਾਵੇ ਮੰਗ ਪੱਤਰ, ਤੇ ਸਰਕਾਰਾਂ ਮਜਬੂਰ ਹੋ ਜਾਣਗੀਆਂ, ਕਿਉਂਕਿ ਪਤਾ ਵੀ ਇੱਕ ਆਰਗੇਨਾਈਜੇਸ਼ਨ ਦੇ ਰਹੀ ਆ। ਅਗਰ 5,000 ਆਰਗੇਨਾਈਜੇਸ਼ਨ ਵੱਲੋਂ ਅਗਰ ਇੱਕ ਲੈਟਰ ਆ ਗਈ, ਤੇ 5,000 ਆਰਗੇਨਾਈਜੇਸ਼ਨ ਨਾਲ ਅਗਰ 1,000 ਬੰਦਾ ਵੀ ਜੁੜਿਆ ਹੋਇਆ, ਤਾਂ ਕਿੰਨਾ ਬੰਦਾ ਹੋ ਗਿਆ? ਸਾਡੀ ਵੋਟ ਬੈਂਕ ਨੂੰ ਇਫੈਕਟ ਕਰੇਗਾ, ਕਿਉਂਕਿ ਡੈਮੋਕ੍ਰੈਟਿਕ ਕੰਟਰੀ 'ਚ ਹੀ ਰਹਿੰਦੇ ਆ। ਇੱਥੇ ਡੈਮੋਕ੍ਰੇਸੀ ਆ, ਲੋਕਤੰਤਰ ਰਾਜ ਦੇ ਵਿੱਚ ਲੋਕਾਂ ਦੀ ਵੋਟਾਂ ਨਾਲ ਸਾਰੀ ਸਿਆਸਤ ਚੱਲਦੀ ਆ। ਜਿੱਥੇ ਵੋਟਾਂ ਦੀ ਗੱਲ ਆ ਜਾਂਦੀ, ਉਹ ਸਰਕਾਰਾਂ ਕੋ ਜੋ ਮਰਜ਼ੀ ਕਰਾ ਲਓ ਤੁਸੀਂ। ਸਿਮਰਨਜੀਤ ਸਿੰਘ ਮਾਨ ਉਹਨਾਂ ਨਾਲ ਕੋਈ ਗੱਲਬਾਤ ਹੋਈ, ਕੋਈ ਰਾਬਤਾ ਹੋਇਆ ਜਾਂ ਕੋਸ਼ਿਸ਼ ਕੀਤੀ ਗੱਲਬਾਤ ਕਰਨ ਦੀ? ਕਿਉਂਕਿ ਆਪਾਂ ਉਹਨਾਂ ਦੀਆਂ ਸਟੇਜਾਂ 'ਤੇ ਜੇ ਦੀਪ ਸਿੱਧੂ ਨੂੰ ਦੇਖਿਆ ਤਾਂ ਉਸ ਦਿਨ, ਜਿਸ ਦਿਨ ਅੰਤਿਮ ਅਰਦਾਸ ਸੀ, ਉੱਥੇ ਵੀ ਸਿਮਰਨਜੀਤ ਸਿੰਘ ਮਾਨ ਹੁਣੀ ਲਗਭਗ ਮੇਨ ਉੱਥੋਂ ਸੀਗੇ ਜਿਨ੍ਹਾਂ ਨੇ ਔਰਗਨਾਈਜ਼ ਕੀਤਾ ਹੋਇਆ ਸੀਗਾ। ਤਾਂ ਕੋਈ ਗੱਲਬਾਤ ਹੋਈ ਹੈ ਇਸ ਪੂਰੇ ਮੁੱਦੇ ਨਾਲ? ਮੈਂ ਸਿਮਰਨਜੀਤ ਸਿੰਘ ਮਾਨ ਹੁਣਾਂ ਕਰਕੇ ਦੀਪ ਨਾਲ ਨਹੀਂ ਜੁੜਿਆ ਸੀਗਾ, ਮੈਂ ਖੁਦ ਦੀਪ ਕਰਕੇ ਦੀਪ ਨਾਲ ਜੁੜਿਆ ਸੀਗਾ। ਅਤੇ ਮੈਨੂੰ ਪਹਿਲਾਂ ਸਟਾਰਟਿੰਗ ਦੇ ਵਿੱਚ ਇਹ ਵੀ ਨਹੀਂ ਮਾਲੂਮ ਸੀਗਾ ਕਿ ਸਿਮਰਨਜੀਤ ਸਿੰਘ ਮਾਨ ਹੁਣਾਂ ਦੀ ਅਤੇ ਦੀਪ ਹੁਣਾਂ ਦੀ ਨਹੀਂ ਨੇੜਤਾ ਆ, ਕਿਉਂਕਿ ਸਿਮਰਨਜੀਤ ਸਿੰਘ ਮਾਨ ਹੁਣੇ ਤਾਂ ਬਹੁਤ ਇੱਕ ਪੁਰਾਣੀ ਪੋਲੀਟੀਕਲ ਪਾਰਟੀ ਚਲਾਉਂਦੇ ਆ। ਜਦੋਂ ਦਾ ਪੰਜਾਬ ਹੋਂਦ 'ਚ ਆਇਆ, ਉਸ ਤੋਂ ਬਾਅਦ ਉਹਨਾਂ ਨੇ ਆਪਣੀ ਪੋਲੀਟੀਕਲ ਪਾਰਟੀ ਬਣਾਈ ਹੈ, ਅਤੇ ਹੁਣ ਤੱਕ ਇਲੈਕਸ਼ਨ ਲੜ ਰਹੇ ਆ। ਪੋਲੀਟੀਕਲੀ ਵਿਚਾਰਧਾਰਾ ਜਿਹੜੀ ਸਾਡੀ ਜਾਂ ਦੀਪ ਦੀ ਜਾਂ ਮੇਰੀ ਜਾਂ ਕਿਸੇ ਹੋਰ ਦੀ ਅਲੱਗ-ਅਲੱਗ ਹੋ ਸਕਦੀ ਆ, ਪਰ ਦੀਪ ਦੀ ਜਿਹੜੀ ਸੋਚ ਸੀਗੀ, ਅਸੀਂ ਉਹਦੇ ਨਾਲ ਜਿਹੜਾ ਹੈਗਾ ਆਪਣੇ ਵਿਚਾਰ ਸਾਡੇ ਰਲਦੇ ਸੀ, ਉਹਨਾਂ ਨਾਲ ਅਸੀਂ ਉਹਨਾਂ ਸਹਿਮਤ ਸੀਗੇ। ਹੋ ਸਕਦਾ ਪੋਲੀਟੀਕਲੀ ਤੌਰ 'ਤੇ ਮੈਂ ਸਿਮਰਨਜੀਤ ਸਿੰਘ ਮਾਨ ਉਹਨਾਂ ਦੀ ਪੋਲੀਟੀਕਲ ਪਾਰਟੀ ਨਾਲ ਸਹਿਮਤ ਨਾ ਹੋਵਾਂ। ਇੱਥੇ ਮੁੱਦਾ ਸਿਮਰਨਜੀਤ ਸਿੰਘ ਮਾਨ ਨਹੀਂ ਆ, ਜਾਂ ਸਿਮਰਨਜੀਤ ਸਿੰਘ ਮਾਨ ਦੀ ਪੋਲੀਟੀਕਲ ਪਾਰਟੀ ਨਹੀਂ ਆ। ਇੱਥੇ ਮੁੱਦਾ ਦੀਪ ਦੀ ਮੌਤ ਨਾਲ ਜੁੜਿਆ ਹੈ। ਮੈਂ ਉਹੀ ਗੱਲ ਕਰ ਰਿਹਾ ਵੀ ਇਸ ਮੁੱਦੇ ਨੂੰ ਲੈ ਕੇ ਗੱਲਬਾਤ ਹੋਈ ਉਹਨਾਂ ਦੇ ਨਾਲ, ਕਿਉਂਕਿ ਉਹ ਵੀ ਤਾਂ ਜਦੋਂ ਉਹਦੇ ਨਾਲ ਖੜਦਾ ਸੀਗਾ, ਤਾਂ ਫਿਰ ਸੁਭਾਵਿਕ ਤੌਰ 'ਤੇ ਉਹ ਵੀ ਚਾਹੁੰਦੇ ਹੋਣਗੇ ਇਨਸਾਫ ਹੋਵੇ। ਉਹ ਬਹੁਤ ਵੱਡੇ ਬੰਦੇ ਆ, ਮੈਂ ਇੱਕ ਛੋਟਾ ਜਿਹਾ ਬੰਦਾ ਆ। ਮੇਰੇ ਤੋਂ ਕਾਫੀ ਸਿਆਣੇ ਵੀ ਆ, ਕਾਫੀ ਸੂਝਵਾਨ ਵੀ ਆ, ਬਹੁਤ ਦੂਰ ਤੱਕ ਆਪਣੀ ਜਿਹੜੀ ਉਹਨਾਂ ਦੀ ਦੂਰਅੰਦੇਸ਼ੀ ਵੀ ਆ।
ਮੈਨੂੰ ਇਹ ਲੱਗਦਾ ਕਿ ਉਹਨਾਂ ਨੂੰ ਇਹ ਪਹਿਲ ਕਰਨੀ ਚਾਹੀਦੀ ਸੀ ਜਿਹੜੀ ਅਸੀਂ ਕੀਤੀ ਹੈ, ਕਿਉਂਕਿ ਦੀਪ ਨਾਲ ਉਹਨਾਂ ਦੀ ਬਹੁਤ ਨੇੜਤਾ ਸੀਗੀ। ਅਗਰ ਉਹ ਆਵਾਜ਼ ਇੱਕ ਚੱਕ ਦਿੰਦੇ ਤੇ ਹੋ ਸਕਦਾ ਕਿ ਪੂਰੇ ਪੰਜਾਬ ਦੇ ਵਿੱਚ ਇੱਕ ਮੂਵਮੈਂਟ ਕ੍ਰੀਏਟ ਹੋ ਜਾਂਦੀ ਤੇ ਸੱਚ ਲੋਕਾਂ ਸਾਹਮਣੇ ਆ ਜਾਂਦਾ। ਮੁਲਾਕਾਤ ਹੋਈ ਸੀ ਕਦੀ ਦੀਪ ਸਿੱਧੂ ਨਾਲ? ਦੀਪ ਸਿੱਧੂ ਨਾਲ ਤਾਂ ਮੇਰੀ ਮੁਲਾਕਾਤਾਂ 4-5 ਹੋਈਆਂ। ਮੈਂ ਸ਼ੰਭੂ ਤੇ ਦੀਪ ਨਾਲ ਲਗਾਤਾਰ ਮੁਲਾਕਾਤ ਰਿਹਾ, ਮੇਰੇ ਕੋਲ ਫੋਟੋਆਂ ਵੀ ਹੈਗੀਆਂ ਸਾਂਝੀਆਂ ਉਹਦੇ ਨਾਲ। ਦੀਪ ਨਾਲ ਮੈਂ ਲਗਾਤਾਰ ਰਿਹਾ। ਜਦੋਂ ਦਿੱਲੀ ਗਏ ਸੀਗੇ ਸਿੰਘੂ ਬਾਰਡਰ 'ਤੇ, ਉਦੋਂ ਦੀਪ ਨੂੰ ਮੈਂ ਫੋਨ ਕੀਤਾ ਸੀਗਾ ਤਾਂ ਦੀਪ ਨੇ ਮੈਨੂੰ ਡਿਊਟੀ ਲਾਈ ਸੀ ਕਿ 2 ਬੱਸਾਂ ਲੈ ਕੇ ਤੁਸੀਂ ਮੋਰਚੇ 'ਚ ਪਹੁੰਚੋ। ਇੱਥੋਂ ਮੈਂ ਆਪਣੇ ਸੰਗਠਨ ਦੀ 2 ਬੱਸਾਂ ਭਰ ਕੇ ਸਿੰਘੂ ਬਾਰਡਰ ਪਹੁੰਚੇ ਸੀ ਅਸੀਂ। ਉੱਥੇ ਮੁਲਾਕਾਤ ਮੇਰੀ ਇੱਕ ਹੋਈ ਸੀ ਉਹਨਾਂ ਦੀਪ ਨਾਲ, ਜਦੋਂ ਕਿਸਾਨ ਮੂਵਮੈਂਟ ਚੱਲ ਰਹੀ ਸੀ। ਜਦੋਂ ਜੇਲ੍ਹ ਵਾਲਾ ਇੰਸੀਡੈਂਟ 26 ਜਨਵਰੀ ਵਾਲਾ ਇੰਸੀਡੈਂਟ, ਉਸ ਤੋਂ ਬਾਅਦ ਮੇਰੀ ਮੁਲਾਕਾਤ ਨਹੀਂ ਹੋਈ। ਇੱਕ ਵਾਰੀ ਕਿਸੇ ਦੇ ਫੋਨ ਤੋਂ ਮੇਰੀ ਉਹਨਾਂ ਨਾਲ ਗੱਲ ਹੋਈ ਸੀਗੀ। ਆਖਰੀ ਸਵਾਲ ਲਊਂਗਾ, ਕੀ ਲੱਗ ਰਿਹਾ ਹੈ ਉਸ ਚਿੱਠੀ ਦਾ ਜੋ ਤੁਸੀਂ ਲਿਖੀ ਹੈ ਉਸ ਦਾ ਕੋਈ ਅਸਰ ਹੋਏਗਾ? ਕੋਈ SIT ਦਾ ਗਠਨ ਹੋਣ ਦੀ ਉਮੀਦ ਹੈ? ਦੇਖੋ, ਮੈਂ ਜਿੱਦਾਂ ਲੀਗਲ ਪ੍ਰੋਫੈਸ਼ਨ ਨਾਲ ਡੀਲ ਕਰਦਾ, ਜੇ ਹੋਣਾ ਹੁੰਦਾ ਤਾਂ ਹੁਣ ਤੱਕ ਅਸਰ ਹੋ ਜਾਣਾ ਸੀਗਾ। ਇਹ ਸਰਕਾਰਾਂ ਬੜੀਆਂ ਗੂੰਗੀਆਂ ਬਹਿਰੀਆਂ ਬੋਲੀਆਂ ਹੁੰਦੀਆਂ, ਇਹਨਾਂ ਨੂੰ ਸੁਣਦਾ ਨਹੀਂ, ਇਹਨਾਂ ਨੂੰ ਸੁਣਾਉਣਾ ਪੈਂਦਾ ਹੈ। ਜੇ ਇਹਨਾਂ ਨੇ ਨਾ ਸਾਡੀ ਆਵਾਜ਼ ਨਾ ਸੁਣੀ, ਕੋਈ ਹੋਰ ਦੂਜਾ ਰਸਤਾ ਕੱਢਾਂਗੇ। ਫਿਰ ਕੀ ਰਸਤਾ ਹੋਊਗਾ? ਐਜ਼ ਐਨ ਐਡਵੋਕੇਟ ਕੇਸ ਲੜੋਗੇ ਜਾਂ ਕੇਸ ਨੂੰ ਅੱਗੇ ਪੈਰਵੀ ਕਰੋਗੇ ਜਾਂ ਕੀ ਕਰੋਗੇ ਅੱਗੇ? ਮੈਂ ਆਪਣੇ ਤੌਰ 'ਤੇ ਹੋਰ ਆਪਣੇ ਸੀਨੀਅਰ ਐਡਵੋਕੇਟਸ ਜਿਹੜੇ ਹੈਗੇ ਉਹਨਾਂ ਨਾਲ ਵੀ ਕੰਸਰਨ ਕਰੂੰਗਾ, ਸਲਾਹ ਮਸ਼ਵਰਾ ਕਰੂੰਗਾ ਕਿ ਇਸ ਕੇਸ ਦੇ ਵਿੱਚ, ਕਿਉਂਕਿ ਹਰ ਇੱਕ ਬੰਦੇ ਨੂੰ ਇਹਦੇ ਕੇਸ ਦੇ ਫੈਕਟ ਪਤਾ ਹੈ, ਇਸ ਕੇਸ ਦੇ ਵਿੱਚ ਆਪਾਂ ਅਗਲਾ ਜਿਹੜਾ ਸਟੈਪ ਆਊਟ ਕੀ ਕਰ ਸਕਦੇ ਹਾਂ, ਕਿੱਦਾਂ ਇਨੀਸ਼ੀਏਟਿਵ ਲੈ ਸਕਦੇ ਹਾਂ। ਵੀ ਲੋਕਾਂ ਦੀ ਜਿਹੜੀ ਸਿੰਪੈਥੀ ਹੈਗੀ ਹੈ ਅਸੀਂ ਦੀਪ ਨਾਲ, ਲੋਕ ਉਹ ਸੱਚ ਨੂੰ ਜਾਣਨਾ ਚਾਹੁੰਦੇ ਆ, ਆਪਾਂ ਕਿੱਦਾਂ ਲੋਕਾਂ ਦੀ ਜਿਹੜਾ ਸ਼ੱਕ ਆ ਦਿਲ ਦੇ ਵਿੱਚ, ਇਹ ਸੱਚਾਈ ਨੂੰ ਕਿੱਦਾਂ ਸਾਹਮਣੇ ਲਿਆ ਸਕਦੇ ਹਾਂ। ਜੇ ਸਾਨੂੰ ਹਾਈ ਕੋਰਟ ਜਾਣਾ ਪਿਆ ਉਸ ਵਾਸਤੇ ਲੀਗਲੀ ਵੇ ਨਾਲ, ਤੇ ਆਪਾਂ ਹਾਈ ਕੋਰਟ ਦੇ ਵਿੱਚ ਅਪਰੋਚ ਕਰਾਂਗੇ ਵੀ ਡਾਇਰੈਕਸ਼ਨਾਂ ਇਸ਼ੂ ਕਰੋ। ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਤਾਂ ਉਹ ਤਾਂ ਦੋਨਾਂ ਦੀ ਸਾਂਝੀ ਹਾਈ ਕੋਰਟ ਆ। ਫਿਰ ਅਸੀਂ ਉਹ ਦੇਖਾਂਗੇ ਵੀ ਡਾਇਰੈਕਸ਼ਨਾਂ ਇਸ਼ੂ ਕਰਾਵਾਂਗੇ, ਹਰਿਆਣਾ ਸਰਕਾਰ ਨੂੰ ਵੀ ਪਾਰਟੀ ਬਣਾਵਾਂਗੇ ਵਿੱਚ, ਵੀ ਇਸ਼ੂ ਦੀ ਡਾਇਰੈਕਸ਼ਨ ਫॉर ਦੀ ਫੇਅਰ ਇਨਵੈਸਟੀਗੇਸ਼ਨ ਆਫ ਦੀ ਦੀਪ ਸਿੱਧੂ ਕੇਸ ਕਰਾਂਗੇ ਸਾਰਾ ਕੁਝ। ਗੱਲਬਾਤ ਕਰਨ ਲਈ ਧੰਨਵਾਦ। ਤਾਂ ਇਹ ਸੀਗੇ ਐਡਵੋਕੇਟ ਨਈਮ ਖਾਨ, ਮੁਸਲਿਮ ਸੰਗਠਨ ਪੰਜਾਬ ਦੇ ਪ੍ਰਧਾਨ ਨੇ, ਔਰ ਚਿੱਠੀ ਇਹਨਾਂ ਦੇ ਵੱਲੋਂ ਲਿਖ ਦਿੱਤੀ ਗਈ ਹੈ। ਹਾਲਾਂਕਿ 10 ਦਿਨ ਹੋ ਚੁੱਕੇ ਨੇ ਔਰ ਉਸ ਚਿੱਠੀ ਦਾ ਜਵਾਬ ਤਾਂ ਕੋਈ ਨਹੀਂ ਆਇਆ, ਪਰ ਹਾਂ ਨਾਲ ਦੀ ਨਾਲ ਉਹ ਇਹ ਵੀ ਦਾਅਵਾ ਕਰ ਰਹੇ ਨੇ ਕਿ ਜੇਕਰ ਇੱਥੋਂ ਕੁਝ ਨਾ ਬਣਿਆ ਤਾਂ ਆਪਣੇ ਸੀਨੀਅਰ ਐਡਵੋਕੇਟਸ ਦੇ ਨਾਲ ਕੰਸਰਨ ਕਰਨ ਤੋਂ ਬਾਅਦ ਹਾਈ ਕੋਰਟ ਦਾ ਦਰਵਾਜ਼ਾ ਵੀ ਖੜਕਾਉਣਗੇ। ਖੈਰ, ਉਸ ਚਿੱਠੀ ਦਾ ਜਵਾਬ ਆਉਂਦਾ ਹੈ ਕਿ ਨਹੀਂ ਆਉਂਦਾ, ਜਾਂ ਫਿਰ ਨਈਮ ਖਾਨ ਅਗਲਾ ਕੀ ਲੀਗਲ ਰੁਖ ਅਖਤਿਆਰ ਕਰਦੇ ਨੇ, ਆਉਣ ਵਾਲਾ ਸਮਾਂ ਦੱਸੇਗਾ। ਫਿਲਹਾਲ ਕੈਮਰਾਮੈਨ ਰੇਸ਼ ਦੇ ਨਾਲ ਸੁਖਵਿੰਦਰ ਸਿੰਘ, ਹਮਦਰਦ TV, ਜਲੰਧਰ।